ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਮਿਲ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟ ਪਦੀਆਂ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਹੁਣ ਤੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਦੇ ਨਾਲ ਸਾਂਝ ਪਈ। ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਸ਼੍ਰੀ ਰਾਗ ਦੇ ਰੂਪ ਵਿੱਚ ਅਸ਼ਟਪਦੀਆਂ ਦੇ ਰੂਪ ਅੰਦਰ ਪਹਿਲੇ ਘਰ ਦੇ ਵਿੱਚ ਜੋ ਉਚਾਰਨ ਕੀਤਾ ਹੈ, ਜੋ ਸ਼ਬਦ ਆਪ ਜੀ ਨੇ ਸਰਵਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 53 ਦੇ ਉੱਪਰ ਸਭਾਏਮਾਨ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਦਾ ਜੋ ਮਕਸਦ ਹੈ, ਸ਼ਬਦ ਦਾ ਜੋ ਕੇਂਦਰੀ ਭਾਵ ਹੈ, ਇੱਕ ਅਕਾਲ ਪੁਰਖ ਪਰਮੇਸ਼ਵਰ ਨੂੰ ਜਾਣਨਾ, ਸਮਝਣਾ ਔਰ ਅਕਾਲ ਪੁਰਖ ਪਰਮੇਸ਼ਵਰ ਨੂੰ ਸਮਝ ਕੇ ਆਤਮਿਕ ਤਲ ਤੇ ਸਮਾ ਜਾਣਾ, ਲੀਨ ਹੋ ਜਾਣਾ। ਪਰ ਸਮਝਣਾ ਕਿਵੇਂ ਹੈ ਔਰ ਪਰਮੇਸ਼ਵਰ ਦੇ ਵਿੱਚ ਆਤਮਿਕ ਤਲ ਤੇ ਲੀਨ ਕਿਸ ਤਰ੍ਹਾਂ ਹੋਣਾ ਹੈ? ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੇ ਰਾਹੀਂ, ਸੱਚੇ ਗਿਆਨ ਦੇ ਦੁਆਰਾ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਮਝ ਆਉਣੀ ਹੈ। ਗੁਰਬਾਣੀ ਅਸੀਂ ਇਸੇ ਲਈ ਪੜ੍ਹਨੀ ਹੈ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਮਝ ਆ ਜਾਏ, ਕੁਦਰਤ ਦੀ ਵੀ ਸਮਝ ਆ ਜਾਏ ਤੇ ਕਾਦਰ ਦੀ ਵੀ ਸਮਝ ਆ ਜਾਏ। ਕੁਦਰਤ ਨੂੰ ਵੀ ਜਾਣਨ ਲਈ ਤੇ ਕਾਦਰ ਨੂੰ ਜਾਣਨ ਵਾਸਤੇ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੀ ਲੋੜ ਹੈ। ਜਿਨ੍ਹਾਂ ਦੇ ਕੋਲ ਸੱਚਾ ਗਿਆਨ ਹੈ, ਉਹ ਗਿਆਨ ਜੋ ਸਾਨੂੰ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਸਕਦਾ ਹੈ, ਉਹ ਗਿਆਨ ਜਿਹੜਾ ਸਾਨੂੰ ਇਸ ਨਗਰ ਤੋਂ, ਇਸ ਸ਼ਹਿਰ ਤੋਂ ਬੇਗਮਪੁਰਾ ਤੱਕ ਪਹੁੰਚਾ ਸਕਦਾ ਹੈ, ਉਹ ਸਤਿਗੁਰੂ ਜੀ ਦੇ ਪਾਸ ਹੈ। ਤਾਂ ਹੀ ਅਸੀਂ ਰੋਜ਼ ਨਿਤ ਦਾ ਨੇਮ ਨਿਭਾਉਂਦੇ ਹਾਂ, ਬੇਨਤੀ ਕਰਦੇ ਹਾਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੋ ਸ਼੍ਰੀ ਰਾਗ ਦਾ ਇਹ ਪਾਵਨ ਸ਼ਬਦ ਪਹਿਲੇ ਘਰ 'ਚ ਜੋ ਉਚਾਰਿਆ, ਭਾਵ ਜਿਹਦੇ ਵਿੱਚ ਇੱਕ ਹੀ ਵਿਚਾਰ ਪਰਮੇਸ਼ਵਰ ਦੀ ਹੈ, ਇਹ 8 ਪਦੀਆਂ ਦੇ ਰੂਪ ਵਿੱਚ, ਅਸ਼ਟਪਦੀ ਦੇ ਰੂਪ ਵਿੱਚ ਸ਼ਬਦ ਹੈ। ਇਸ ਸ਼ਬਦ ਵਿੱਚ ਜੋ ਰਹਾਉ ਕੇਂਦਰੀ ਭਾਵ ਹੈ,
ਬੜੇ ਪਿਆਰ ਦੇ ਨਾਲ ਸਰਵਣ ਕਰਕੇ ਸਮਝਣ ਦਾ ਯਤਨ ਕਰੀਏ ਜੀ। ਬਾਬਾ ਅੱਲਾਹ ਅਗੰਮ ਅਪਾਰ, ਪਾਕੀ ਨਾਈ ਪਾਕ ਥਾਏ, ਸੱਚਾ ਪਰਵਦਿਗਾਰ ਰਹਾਉ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸੰਸਾਰੀ ਜੀਵਾਂ ਨੂੰ ਸੰਸਾਰ ਤੋਂ ਨਿਰੰਕਾਰ ਤੱਕ ਲੈ ਜਾਣਾ ਚਾਹੁੰਦੇ ਨੇ। ਸਾਹਿਬ ਜੀ ਕਹਿੰਦੇ ਬਾਬਾ ਸਭਨਾਂ ਨੂੰ ਸੰਬੋਧਨ ਕਰਕੇ, ਹੇ ਭਾਈ ਅੱਲਾਹ ਅਗਮ ਅਪਾਰ, ਉਹ ਜਿਹੜਾ ਅੱਲਾਹ ਹੈ, ਪਰਮੇਸ਼ਵਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਸਤਿਪੁਰਖ ਹੈ, ਉਹ ਅਗੰਮ ਹੈ, ਅਗਾਹਾਂ ਤੋਂ ਵੀ ਅਗਾਹਾਂ, ਜਿਹਦਾ ਅੰਤ ਕੋਈ ਨਹੀਂ। ਅਪਾਰ ਹੈ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜੋ ਪਰੇ ਤੋਂ ਵੀ ਪਰੇ ਹੈ। ਜਿੱਥੇ ਤੱਕ ਅਸੀਂ ਗਿਆਨ ਦੇ ਰਾਹੀਂ ਚੱਲਾਂਗੇ ਪਤਾ ਲੱਗੇਗਾ ਵੀ ਨਹੀਂ, ਉਹ ਇਸ ਤੋਂ ਵੀ ਅੱਗੇ, ਇਸ ਤੋਂ ਵੀ ਪਰੇ ਤੋਂ ਪਰੇ ਹੈ। ਮੁੱਕਦੀ ਗੱਲ ਇਹ ਕਿ ਜਿਹਦਾ ਅੰਤ ਕੋਈ ਨਹੀਂ। ਅਸੀਂ ਅੱਲਾਹ ਪਰਮੇਸ਼ਵਰ ਜਿਹੜਾ ਅੱਲਾਹ ਦੇ ਰੂਪ ਵਿੱਚ, ਅਕਾਲ ਪੁਰਖ ਦੇ ਰੂਪ ਵਿੱਚ ਹੈ, ਉਹਦਾ ਅੰਤ ਤਾਂ ਨਹੀਂ ਪਾ ਸਕਦੇ। ਹਜੇ ਤੱਕ ਉਹਦੀ ਬਣਾਈ ਹੋਈ ਕੁਦਰਤ ਦਾ ਵੀ ਅੰਤ ਨਹੀਂ ਹੈ। ਤੇ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਜੇ ਕੁਦਰਤ ਦਾ ਅੰਤ ਨਹੀਂ ਤੇ ਕਾਦਰ ਦਾ ਅੰਤ ਕਿੱਥੋਂ ਪੈ ਜਾਏਗਾ? ਉਹਦਾ ਅੰਤ ਕਿਵੇਂ ਹੋ ਸਕਦਾ ਹੈ? ਰੋਜ਼ ਅਸੀਂ ਅੰਮ੍ਰਿਤਮਈ ਬਾਣੀ ਦਾ ਪਾਠ ਕਰਦਿਆਂ ਹੋਇਆਂ ਇਸ ਗੱਲ ਨੂੰ ਰਿਪੀਟ ਕਰਦੇ ਹਾਂ, ਚੇਤੇ ਕਰਾਇਆ ਜਾਂਦਾ ਹੈ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਹੇ ਵਾਹਿਗੁਰੂ ਜੀ, ਤੁਸੀਂ ਕੁਦਰਤ ਵਿੱਚ ਵਸਦੇ ਹੋ, ਕੁਦਰਤ ਤੁਹਾਡੀ ਬਣਾਈ ਹੈ, ਪਰ ਅੰਤ ਨਹੀਂ ਲਖਿਆ ਜਾ ਸਕਦਾ। ਅਸੀਂ ਵਿਗਿਆਨ ਦੇ ਤਲ ਤੇ ਜਿੰਨਾ ਮਰਜੀ ਬੁਲੰਦੀਆਂ ਨੂੰ ਛੂ ਲਿਆ, ਆਸਮਾਨ ਤੱਕ ਪਹੁੰਚ ਗਏ, ਚੰਦਰਮਾ ਤੱਕ ਪਹੁੰਚ ਗਏ, ਗ੍ਰਹਿ ਤੱਕ ਪਹੁੰਚ ਗਏ, ਅਸੀਂ ਸਮੁੰਦਰ ਦੀ ਗਹਿਰਾਈ ਤੱਕ ਵੀ ਪਹੁੰਚ ਗਏ ਹਾਂ, ਪਹਾੜਾਂ ਦੀਆਂ ਗਹਿਰਾਈਆਂ ਤੱਕ ਵੀ ਅਸੀਂ ਪਹੁੰਚ ਗਏ ਹਾਂ, ਪਰ ਕਾਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕੁਦਰਤ ਦਾ ਅੰਤ ਨਹੀਂ। ਇਸ ਲਈ ਮਹਾਰਾਜ ਕਹਿੰਦੇ ਉਹ ਅਗਾਹਾਂ ਤੋਂ ਵੀ ਅਗਾਹਾਂ ਅਪਾਰ ਹੈ। ਉਹਦੇ ਗੁਣ ਵੀ ਅਪਾਰ ਨੇ, ਜਿਹੜੇ ਗਾ ਕੇ ਜਿਨ੍ਹਾਂ ਦੇ ਗੁਣਾਂ ਦਾ ਅੰਤ ਵੀ ਨਹੀਂ ਪੈ ਸਕਦਾ। ਰੋਜ਼ਾਨਾ ਅਸੀਂ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ, ਨਾ ਉਹਦੀ ਸਿਫਤ ਕਰਕੇ ਅੰਤ ਪਾਇਆ ਜਾ ਸਕਦਾ ਹੈ, ਤੇ ਨਾ ਸੁਣ ਕੇ ਉਹਦਾ ਅੰਤ ਪਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਿੰਨੇ ਹੀ ਰੂਪ ਦੇ ਵਿੱਚ, ਕਿੰਨੀਆਂ ਥਾਵਾਂ ਤੇ ਹੁੰਦੀ ਹੈ, ਜਾਂ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਪੂਰਨ ਵਿਚਾਰ ਹੋ ਚੁੱਕੀ, ਪਰ ਇਹ ਨਹੀਂ ਕਿ ਉਹਦਾ ਅੰਤ ਪੈ ਗਿਆ। ਸਾਹਿਬ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਨਾ ਸਿਫਤੀ ਵਿੱਚ ਅੰਤ ਹੈ, ਨਾ ਕਹਿਣ ਦੇ ਵਿੱਚ ਅੰਤ ਹੈ। ਉਹ ਵੱਖਰੀ ਗੱਲ ਹੈ ਕਿ ਅੰਤ ਕਾਰਨ ਕੇਤੇ ਬਿਲ ਲਾਹੇ। ਕਈ ਜਿਹੜੇ ਨੇ ਉਹ ਤੜਪ ਰਹੇ ਨੇ, ਭਾਵ ਇਸ ਲਈ ਗਿਆਨ ਨੂੰ ਇਕੱਠਾ ਕਰ ਰਹੇ ਨੇ ਕਿ ਇੱਕ ਦਿਨ ਪਰਮੇਸ਼ਵਰ ਨੂੰ ਪਾ ਕੇ ਉਹਦਾ ਅੰਤ ਪਾਉਣਾ ਹੈ। ਪਰਮੇਸ਼ਵਰ ਦਾ ਅੰਤ ਨਹੀਂ ਹੈ। ਜੇ ਅਸੀਂ ਪਾਉਣਾ ਹੈ ਉਹਦੇ ਵਿੱਚ ਸਮਾ ਜਾਣ ਵਾਸਤੇ, ਉਹਦੇ ਵਿੱਚ ਲੀਨ ਹੋ ਜਾਣ ਵਾਸਤੇ। ਜਿਵੇਂ ਨਦੀਆਂ ਤੇ ਨਾਲੇ ਚੱਲਦੇ ਨੇ, ਸਮੁੰਦਰ ਦੇ ਵਿੱਚ ਲੀਨ ਹੋਣ ਵਾਸਤੇ ਚੱਲਦੇ ਆ, ਸਮੁੰਦਰ ਦਾ ਅੰਤ ਪਾਉਣ ਲਈ ਨਹੀਂ ਚੱਲਦੇ। ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਏ, ਉਹ ਤੇ ਜਾਣੇ ਹੀ ਨਹੀਂ ਜਾਂਦੇ ਕਿੱਥੇ ਗਏ, ਕਿਉਂਕਿ ਸਮੁੰਦਰ ਅਥਾਹ ਹੈ। ਇਸੇ ਹੀ ਦਰਿਆ ਦੇ ਵਿੱਚ ਜੇ ਇੱਕ ਛੋਟੀ ਜਿਹੀ ਮੱਛਲੀ ਕਵੇ ਵੀ ਮੈਂ ਤੇ ਸਮੁੰਦਰ ਦਾ ਅੰਤ ਪਾ ਲਿਆ,
ਪਰ ਉਹਨੂੰ ਵੀ ਇਹ ਭੁਲੇਖਾ ਹੋਵੇਗਾ ਕਿ ਮੈਂ ਅੰਤ ਪਾ ਲਿਆ, ਕਿਉਂਕਿ ਇੱਕ ਛੋਟੀ ਜਿਹੀ ਮਛਲੀ ਦਰਿਆ ਦਾ ਅੰਤ ਨਹੀਂ ਪਾ ਸਕਦੀ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ। ਸਾਹਿਬ ਜੀ ਕਹਿੰਦੇ ਉਹਦਾ ਅੰਤ ਜਿਹੜਾ ਉਹ ਹੈ ਹੀ ਨਹੀਂ। ਉਹ ਕਿੰਨਾ ਵੱਡਾ ਹੈ, ਕਿੰਨਾ ਉੱਚਾ ਹੈ, ਉਹਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ। ਉਹ ਤੇ ਬਹੁਤਾ ਕਹੀਏ ਬਹੁਤਾ ਹੋਏ ਵਾਲੀ ਅਵਸਥਾ ਹੈ। ਜਿੰਨਾ ਬਹੁਤਾ ਅਸੀਂ ਬਿਆਨ ਕਰਾਂਗੇ ਉਹ ਉਹਦੇ ਨਾਲੋਂ ਕਈ ਗੁਣਾ ਬਹੁਤਾ ਹੋਰ ਅੱਗੇ ਹੋਵੇਗਾ। ਇਸ ਲਈ ਕਥਨ ਕਰ ਕਰਕੇ ਵੀ ਕਰੋੜਾਂ ਕਰੋੜਾਂ ਵਾਰ ਉਹਦਾ ਅੰਤ ਨਹੀਂ ਪੈ ਸਕਦਾ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ ਕਰੋੜਾਂ 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 ਵਾਰ ਵੀ ਤੂੰ ਉਹਦੇ ਗੁਣਾਂ ਦਾ ਕਥਨ ਕਰ, ਪਰ ਫਿਰ ਵੀ ਟੋਟ ਨਹੀਂ ਤੇ ਉਹਦਾ ਅੰਤ ਨਹੀਂ ਹੈ। ਮੁੱਕਦੀ ਗੱਲ ਇਹੀ ਕਹਿਣੀ ਪਏਗੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਸੇ ਲਈ ਬਾਰ-ਬਾਰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਕਮ ਸੇ ਕਮ ਆਪਾਂ ਜਪਜੀ ਸਾਹਿਬ ਦੀ 38 ਪੌੜੀਆਂ ਦਾ ਪਾਠ ਬੜੇ ਪ੍ਰੇਮ ਨਾਲ ਭਿੱਜ ਕੇ ਕਰਿਆ ਕਰੀਏ। ਸਭ ਕੁਝ ਉਸ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਹੀ ਮਿਲ ਜਾਏਗਾ। ਜਾਂ ਇੱਦਾਂ ਕਹਿ ਲਓ ਕਿ ਜੋ ਜਪਜੀ ਸਾਹਿਬ ਦੀ ਬਾਣੀ ਵਿੱਚ ਸਮਝਾਇਆ ਉਹਦਾ ਖੁਲਾਸਾ ਇਹ ਸਾਰੀ ਬਾਣੀ ਦੇ ਵਿੱਚ ਹੈ। ਕਿਉਂਕਿ ਮਕਸਦ ਇੱਕੋ ਹੀ ਹੈ, ਇੱਕ ਓਅੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣਨਾ। ਤੇ ਜਦੋਂ ਅਸੀਂ ਜਾਣਾਂਗੇ ਇੱਕੋ ਗੱਲ ਅਸੀਂ ਸਮਝਾਂਗੇ ਵੀ ਉਹਦਾ ਅੰਤ ਨਹੀਂ ਹੈ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ, ਉਹ ਜਿੰਨਾ ਵੱਡਾ ਆਪ ਹੈ ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਜਿਸ ਥਾਂ ਜਿਸ ਅਵਸਥਾ ਵਿੱਚ ਵਾਹਿਗੁਰੂ ਅਕਾਲ ਪੁਰਖ ਅੱਲਾ ਵਸਦਾ ਹੈ ਉਹਦੀ ਬਰਾਬਰੀ ਕੋਈ ਵੀ ਨਹੀਂ ਹੈ। ਹਾਂ, ਇਹਦੇ ਬਰਾਬਰ ਕੋਈ ਹੋਵੇ ਤੇ ਜਾਣ ਸਕਦਾ ਹੈ, ਪਰ ਉਹਦੇ ਬਰਾਬਰ ਵੀ ਕੋਈ ਨਹੀਂ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਉਹਦੇ ਤੋਂ ਬਿਨਾਂ ਦੂਜਾ, ਇਸੇ ਲਈ ਕਿਸੇ ਨਾਲ ਉਦਾਹਰਣ ਵੀ ਨਹੀਂ ਦਿੱਤੀ ਜਾਂਦੀ ਪਰਮੇਸ਼ਵਰ ਦੀ। ਕਿਹਦੇ ਨਾਲ ਦਿਓਗੇ? ਸੰਸਾਰ ਦੇ ਵਿੱਚ, ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਦੂਜਾ ਐਸਾ ਨਹੀਂ ਜਿਹਨੂੰ ਵੇਖ ਕੇ ਕਹਿ ਸਕਦੇ ਹੋ ਵੀ ਇਹ ਰੱਬ ਵਰਗਾ ਹੈ, ਇਹ ਪਰਮੇਸ਼ਵਰ ਵਰਗਾ ਹੈ। ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇੱਕ ਹੈ। ਸ਼ੁਰੂਆਤ ਹੀ ਇੱਕ ਤੋਂ ਹੁੰਦੀ ਹੈ। ਇੱਕ ਓਅੰਕਾਰ, ਉਹ ਇੱਕੋ ਹੀ ਹੈ। ਉਹਦੇ ਵਰਗਾ ਵੀ ਦੂਜਾ ਕੋਈ ਨਹੀਂ ਜਿਹਨੂੰ ਵੇਖ ਕੇ ਕਹਿ ਸਕੀਏ ਵੀ ਉਹ ਇਸ ਤਰ੍ਹਾਂ ਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ, ਬਾਬਾ ਗੁਰੂ ਨਾਨਕ ਸਾਹਿਬ ਜੀ ਹੋਕਾ ਦੇ ਕੇ ਸਾਰਿਆਂ ਨੂੰ ਕਹਿ ਰਹੇ ਆ, ਅੱਲਾਹ ਅਗਮ ਅਪਾਰ। ਉਹ ਅਪਾਰ ਹੈ, ਬੇਅੰਤ ਹੈ। ਉਹ ਅਗਾਹਾਂ ਤੋਂ ਵੀ ਅਗਾਹਾਂ ਹੈ, ਜਿਹਦਾ ਕੋਈ ਵੀ ਕਹਿੰਦੇ ਹੱਦ ਬੰਨਾ ਨਹੀਂ, ਅਖੀਰ ਨਹੀਂ। ਪਾਕੀ ਨਾਈ ਪਾਕ ਥਾਏ, ਸੱਚਾ ਪਰਵਰਦਿਗਾਰ। ਇੱਕ ਗੱਲ ਹੋਰ ਧਿਆਨ 'ਚ ਰੱਖਣਾ, ਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਵਿੱਚ ਅਰਬੀ ਸ਼ਬਦ ਬੜੇ ਵਰਤੇ ਨੇ। ਅਰਬੀ ਭਾਸ਼ਾ, ਵੱਖ-ਵੱਖ ਭਾਸ਼ਾਵਾਂ ਨੇ, ਜਿਵੇਂ ਉਰਦੂ ਹੈ, ਫਾਰਸੀ ਹੈ, ਇਸੇ ਤਰ੍ਹਾਂ ਅਰਬੀ ਭਾਸ਼ਾ ਹੈ। ਇਸ ਸ਼ਬਦ ਵਿੱਚ ਮਹਾਰਾਜ ਨੇ ਅਰਬੀ ਭਾਸ਼ਾ ਵੀ ਵਰਤੀ ਹੈ। ਜੇ ਅਸੀਂ ਨਾਈ ਅਰਬੀ ਭਾਸ਼ਾ ਦੇ ਵਿੱਚ ਵੇਖਾਂਗੇ ਤੇ ਇਹਦਾ ਅਰਥ ਬਣਨਾ ਵਡਿਆਈ। ਜੇ ਅਸੀਂ ਉਸ ਤਰ੍ਹਾਂ ਇਹਦੇ ਨਾਈ ਦੇ ਅਰਥ ਕਰਾਂਗੇ ਤੇ ਨਾਮਣਾ, ਨਾਮ। ਇਸ ਲਈ ਕਹਿੰਦੇ ਆ ਵੀ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਹਦੀ ਜਿਹੜੀ ਵਡਿਆਈ ਹੈ ਉਹ ਬਿਲਕੁਲ ਪਾਕ ਪਵਿੱਤਰ ਹੈ। ਕਿਉਂਕਿ ਅੱਲਾਹ ਪਾਕੰ, ਪਾਕ ਹੈ, ਉਹ ਪਾਕ ਪਵਿੱਤਰ ਹੈ। ਜਿੰਨਾ ਵੀ ਅਸੀਂ ਸੋਚ ਲਈਏ ਉਹਦੇ ਨਾਲੋਂ ਕਈ ਗੁਣਾ ਵੱਧ ਉਹ ਪਵਿੱਤਰ ਹੈ। ਤੇ ਪਵਿੱਤਰ ਨਾਮ ਜਪ ਕੇ ਹੀ ਅਸੀਂ ਪਾਕ ਪਵਿੱਤਰ ਹੋਣਾ।
ਹੋਰ ਕੋਈ ਦੂਜਾ ਵੀ ਤਰੀਕਾ ਨਹੀਂ। ਸਾਨੂੰ ਜੇ ਅੰਦਰੋਂ ਪਵਿੱਤਰ ਕਰਨਾ ਹੈ ਤੇ ਸੱਚੇ ਨਾਮ ਨਹੀਂ ਕਰਨਾ ਹੈ, ਉਹਦੇ ਲਈ ਵੀ ਕੋਈ ਦੂਜਾ ਤਰੀਕਾ ਨਹੀਂ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ, ਮਨ ਕੋਏ ਇਹ ਨਾਮ ਨਿਰਅੰਜਨ, ਅੰਜਨ ਤੋਂ ਰਹਿਤ ਪਵਿੱਤਰ, ਪਾਕ ਪਵਿੱਤਰ ਨਾਮ ਹੈ। ਜਦੋਂ ਇਹ ਸਾਡੇ ਹਿਰਦੇ ਵਿੱਚ ਵਸੇਗਾ, ਸਾਡੇ ਮਾਨਸਿਕ ਮੰਡਲ ਵਿੱਚ ਵਸੇਗਾ, ਅੰਦਰੋਂ ਸਾਰੇ ਪਾਪ ਦੀ ਮੱਲ ਧੁੱਪ ਜਾਣੀ ਹੈ। ਸਭ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਜਿਹੜੀ ਮਤ ਵਿੱਚ ਮੱਲ ਭਰੀ ਪਈ ਹੈ, ਉਹ ਕਿਵੇਂ ਧੋਵੋਗੇ ਤੁਸੀਂ? ਉਹ ਕਿਸੇ ਤਰੀਕੇ ਦੇ ਨਾਲ ਵੀ ਧੋਤੀ ਨਹੀਂ ਜਾ ਸਕਦੀ ਹੈ। ਉਹਦੇ ਲਈ ਇੱਕੋ ਹੀ ਤਰੀਕਾ ਹੈ ਵੀ ਜਿਹੜਾ ਉਹਦਾ ਨਾਮ ਹੈ ਨਾ, ਪਵਿੱਤਰ ਨਾਮ, ਉਹ ਪਵਿੱਤਰ ਨਾਮ ਨੇ ਹੀ ਤੁਹਾਡੀ ਮਨ ਨੂੰ, ਮਤ ਨੂੰ ਪਵਿੱਤਰ ਕਰਨਾ ਹੈ, ਤੁਹਾਡੇ ਮਨ ਨੂੰ ਪਵਿੱਤਰ ਕਰਨਾ ਹੈ, ਤੁਹਾਡੀ ਸੋਚ ਨੂੰ ਪਵਿੱਤਰ ਕਰਨਾ ਹੈ। ਇਸ ਲਈ ਸਭ ਕਹਿੰਦੇ ਪਾਕੀ ਨਾਈ, ਉਹਦੀ ਵਡਿਆਈ ਵੀ ਸੱਚੀ ਹੈ, ਪਵਿੱਤਰ ਹੈ। ਉਹਦਾ ਨਾਮਣਾ ਵੀ ਪਵਿੱਤਰ ਹੈ, ਉਹਦਾ ਨਾਮ ਵੀ ਪਵਿੱਤਰ ਹੈ, ਔਰ ਜਿਸ ਥਾਂ ਤੇ ਵਸਦਾ ਹੈ ਉਹ ਵੀ ਪਵਿੱਤਰ ਹੈ। ਉਹ ਪਰਵਤਦਿਗਾਰ, ਪਰਵਤਦਿਗਾਰ ਦਾ ਅਰਥ ਹੁੰਦਾ ਜੋ ਸਾਰਿਆਂ ਨੂੰ ਪਾਲਣਹਾਰ ਹੈ। ਪਹਿਲਾਂ ਹੀ ਜ਼ਿਕਰ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਰਬੀ ਭਾਸ਼ਾ ਇਹਦੇ ਵਿੱਚ ਵਰਤੀ ਹੈ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁਖੀ ਭਾਸ਼ਾ ਦੇ ਵਿੱਚ ਦਿੱਤੀ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭਾਸ਼ਾਵਾਂ ਬਹੁਤ ਨੇ, ਵੱਖ-ਵੱਖ ਦਿਸ਼ਾਵਾਂ, ਵੱਖ-ਵੱਖ ਮੁਲਕ, ਵੱਖ-ਵੱਖ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ, ਪਰ ਸਾਰੀ ਬਾਣੀ ਜਿਹੜੀ ਹੈ ਉਹ ਗੁਰਮੁਖੀ ਅੱਖਰ ਵਿੱਚ ਹੈ, ਤਾਂ ਕਿ ਸਾਨੂੰ ਗੁਰਬਾਣੀ ਨੂੰ ਸਮਝਣਾ ਸੌਖਾ ਹੋ ਜਾਏ। ਹੁਣ ਨਿਰੋਲ ਅਰਬੀ ਭਾਸ਼ਾ ਜੇ ਸਾਡੇ ਸਾਹਮਣੇ ਆਵੇ, ਨਾ ਸਾਡੇ ਕੋਲੋਂ ਬੋਲੀ ਜਾਏ, ਨਾ ਸੁਣਨ ਵਾਲੇ ਨੂੰ ਸਮਝ ਆਏ। ਜੇ ਹੁਣ ਨਿਰੋਲ ਉਰਦੂ ਦੇ ਵਿੱਚ ਗੱਲ ਕਰਨੀ ਹੋਵੇ, ਨਾ ਸਾਡੇ ਕੋਲੋਂ ਹੋਵੇ, ਨਾ ਸੁਣਨ ਵਾਲੇ ਕੋਲੋਂ ਹੋਵੇ। ਇਸ ਲਈ ਸਾਨੂੰ ਇਹ ਗੁਰੂ ਸਾਹਿਬ ਨੇ ਗੁਰਮੁਖੀ ਅੱਖਰ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ, ਤਾਂ ਕਿ ਸਮਝਣਾ ਸੌਖਾ ਹੋ ਜਾਏ। ਸਾਹਿਬ ਜੀ ਕਹਿੰਦੇ ਪਰਵਤਦਿਗਾਰ, ਪਰਵਤਦਿਗਾਰ ਦਾ ਅਰਥ ਹੁੰਦਾ ਹੈ ਉਹ ਜਿਹੜਾ ਪਾਲਣਹਾਰ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਜਿਹਨੂੰ ਅਸੀਂ ਪ੍ਰਤਪਾਲਕ ਕਹਿੰਦੇ ਹਾਂ। ਉਹ ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਵਤਦਿਗਾਰ, ਉਹਦਾ ਨਾਮ ਵੀ ਪਵਿੱਤਰ ਹੈ, ਔਰ ਉਹ ਜਿਸ ਥਾਂ ਤੇ ਉਹਦਾ ਟਿਕਾਣਾ ਉਹ ਵੀ ਥਾਂ ਪਵਿੱਤਰ ਹੈ। ਹਰ ਥਾਂ ਹੀ ਉਹਦਾ ਟਿਕਾਣਾ ਹੈ, ਹਰ ਥਾਂ ਹੀ ਉਹਦਾ ਪਵਿੱਤਰ ਹੈ। ਫਿਰ ਮਲ ਗੰਦਗੀ ਕਿੱਥੇ ਹੈ, ਅਪਵਿੱਤਰਤਾ ਕਿੱਥੇ ਹੈ? ਉਹ ਸਾਡੇ ਦਿਮਾਗ ਦੇ ਵਿੱਚ ਹੈ। ਗੰਦਗੀ ਸਾਡੇ ਦਿਮਾਗ ਵਿੱਚ ਹੈ। ਜਿਹੜੀਆਂ ਥਾਵਾਂ ਸਾਨੂੰ ਮੈਲੀਆਂ ਲੱਗਦੀਆਂ ਨੇ, ਜੇ ਅਸੀਂ ਆਪਣੇ ਦਿਮਾਗ ਦੀ ਗੰਦਗੀ ਕੱਢ ਲਈਏ ਤਾਂ ਸਾਰੀਆਂ ਥਾਵਾਂ ਸਾਨੂੰ ਚੰਗੀਆਂ ਲੱਗਣ। ਇਸ ਲਈ ਸਭ ਕਹਿੰਦੇ ਉਹ ਅੱਲਾਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਪਾਕ ਪਵਿੱਤਰ ਹੈ, ਉਹਦੇ ਨਾਮ ਨਾਲ ਜੁੜ ਕੇ ਹੀ ਪਵਿੱਤਰ 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 ਪੁਨੀਤ ਹੋਇਆ ਜਾ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਦਾ ਜੋ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਵਿੱਚ ਸਾਨੂੰ ਸਮਝਾਉਂਦੇ ਹਨ। ਆਖ ਆਖ ਮਨ ਵਾਵਣਾ, ਜਿਉ ਜਿਉ ਜਾਪੈ ਵਾਏ, ਜਿਸਨੋ ਵਾਏ ਸੁਣਾਈਐ, ਸੋ ਕੇਵੜ ਕਿਤ ਥਾਏ। ਆਖਣ ਵਾਲੇ ਜਿਤੜੇ, ਸਭ ਆਖ ਰਹੇ ਲਿਵ ਲਾਏ। ਸ਼ਬਦ ਦੀ ਆਰੰਭਤਾ ਵਿੱਚ ਪਹਿਲੇ ਪਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਆਖ ਆਖ ਮਨ ਵਾਵਣਾ। ਆਖ ਆਖ ਕੇ, ਕਹਿ ਕਹਿ ਕੇ, ਬੋਲ ਬੋਲ ਕੇ, ਮਨ ਜਿਹੜਾ ਹੁਣ ਵਾਵਣਾ ਦਾ ਵੀ ਦੋ ਅਰਥ ਨੇ। ਇੱਕ ਵਾਵਣਾ ਹੁੰਦਾ ਵੀ ਵਜਾਉਣਾ, ਔਰ ਇੱਕ ਵਾਵਣਾ ਦਾ ਅਰਥ ਹੁੰਦਾ ਖੱਪ ਜਾਣਾ, ਖੁਆਰ ਹੋ ਜਾਣਾ।
ਮਨ ਉਸ ਮਾਲਕ ਦੇ ਬਾਰੇ, ਅੱਲਾਹ ਜੋ ਹੈ ਪਰਮੇਸ਼ਵਰ, ਉਹਦੇ ਬਾਰੇ ਆਖ ਆਖ ਕੇ ਖੱਪ ਜਾਂਦਾ ਹੈ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਤੇ ਦੂਜੇ, ਅਗਰ ਅਸੀਂ ਅਰਬੀ ਭਾਸ਼ਾ ਨੂੰ ਲੈ ਕੇ ਚੱਲਾਂਗੇ ਤੇ ਵਾਵਣਾ ਦਾ ਅਰਥ ਹੈ ਵਜਾਉਣਾ। ਕਹਿੰਦੇ ਵਾਹਿਗੁਰੂ ਜੀ ਨੂੰ ਯਾਦ ਕਰ ਕਰ ਕੇ ਮਨ ਆਖ ਆਖ ਕੇ ਉਹਦੇ ਗੁਣ ਜਿਹੜੇ ਨੇ ਉਹ ਗਾ ਰਿਹਾ ਹੈ। ਜਿਵੇਂ ਗੁਰੂ ਸਾਹਿਬ ਜੀ ਨੂੰ ਪੁੱਛਿਆ ਸੀ ਵੀ ਉਹ ਦਰ, ਉਹਦਾ ਘਰ ਕਿੱਦਾਂ ਦਾ ਹੈ? ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਮਹਾਰਾਜ ਜੀ ਕਹਿੰਦੇ ਕਈ ਉਹਦੇ ਦਰ ਤੇ ਬੈਠੇ ਗਾ ਰਹੇ ਨੇ, ਕਈ ਉਹਦੇ ਦਰ ਤੇ ਬੈਠੇ ਹੋਏ ਸਾਜ਼ ਵਜਾ ਰਹੇ ਨੇ। ਉਸੇ ਹਿਸਾਬ ਦੇ ਨਾਲ ਵਾਵਣਾ ਦਾ ਅਰਥ ਹੈ ਵਜਾਉਣਾ। ਕਹਿੰਦੇ ਜਿਉਂ ਜਿਉਂ ਜਾਪੈ ਵਾਏ, ਮਨ ਜਿਵੇਂ ਜਿਵੇਂ ਆਖ ਕੇ ਉਹਨੂੰ ਗਾਉਂਦਿਆਂ ਹੋਇਆਂ, ਉਹਦੇ ਗੁਣ ਜਿਹੜੇ ਨੇ ਗਾਉਂਦਿਆਂ ਹੋਇਆਂ ਉਹਨੂੰ ਗਾ ਰਿਹਾ ਹੈ। ਜਿਉਂ ਜਿਉਂ ਜਾਪੈ, ਜਾਪੈ ਦਾ ਇੱਥੇ ਅਰਥ ਹੈ ਵੀ ਜਪਦਾ ਹੈ, ਵੀ ਜਿੰਨੀ ਕੁ ਸਮਝ ਆਉਂਦੀ ਹੈ, ਵੀ ਮੈਨੂੰ ਜਾਪਦਾ ਵੀ ਇਦਾਂ ਹੋਏਗਾ, ਭਾਵ ਮੇਰੀ ਸਮਝ ਵਿੱਚ। ਜਾਪੈ ਦਾ ਅਰਥ ਹੈ ਸਮਝਣਾ। ਜਿਵੇਂ ਜਿਵੇਂ ਉਹਦੀ ਸਮਝ ਆਉਂਦੀ ਹੈ, ਮਨ ਕਹਿੰਦੇ ਸਾਜ਼ ਵਜਾ ਉਹਦੇ ਗੁਣ ਜਿਹੜੇ ਨੇ ਉਹ ਗਾਉਂਦਾ ਹੈ, ਪਰ ਗਾ ਗਾ ਕੇ ਵੀ ਉਹਦਾ ਅੰਤ ਨਹੀਂ ਪੈ ਸਕਦਾ। ਪੂਰੇ ਸ਼ਬਦ ਦੀ ਮੁੱਕਦੀ ਗੱਲ ਇਹੀ ਹੈ ਵੀ ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਜਿੰਨਾ ਮਰਜ਼ੀ ਅਸੀਂ ਯਤਨ ਕਰ ਲਈਏ। ਸਾਹਿਬ ਜੀ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਇਆ ਜਾਹੇ। ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਇਹ ਅੰਤ ਜਾਣਦਾ ਹੀ ਕੋਈ ਨਹੀਂ। ਭਾਵੇਂ ਤੁਸੀਂ ਇਸਲਾਮੀ ਧਰਮ ਦੇ ਵਿੱਚ ਆ ਕੇ ਉਹਨੂੰ ਗਾਓ, ਭਾਵੇਂ ਸਨਾਤਨ ਧਰਮ ਵਿੱਚ ਆ ਕੇ ਗਾਓ, ਭਾਵੇਂ ਤੁਸੀਂ ਕਿਸੇ ਵੀ ਧਰਮ ਵਰਨ ਵਿੱਚ ਆ ਕੇ ਉਹਨੂੰ ਗਾਓ, ਉਹਦਾ ਅੰਤ ਕਿਸੇ ਨੇ ਅੱਜ ਤੱਕ ਨਹੀਂ ਪਾਇਆ ਤੇ ਨਾ ਅਗਾਂਹ ਕਿਸੇ ਨੇ ਪਾਉਣਾ ਹੈ। ਅਸੀਂ ਤੇ ਉਹਦੇ ਵਿੱਚ ਸਮਾਉਣ ਦਾ ਯਤਨ ਕਰਨਾ ਹੈ, ਉਹਦਾ ਅੰਤ ਨਹੀਂ ਪਾਉਣ ਦਾ ਯਤਨ ਕਰਨਾ। ਜਿਵੇਂ ਗੱਲ ਤਾਂ ਸਮਝਦੀ ਹੈ, ਹੁਣ ਸਾਗਰ ਦੇ ਸਮੁੰਦਰ ਦੇ ਕਿਨਾਰੇ ਤੇ ਕਟੋਰਾ ਲੈ ਕੇ ਬਹਿ ਜਾਓ ਤੇ ਤੁਸੀਂ ਕਹੋ ਵੀ ਮੈਂ ਸਾਰੇ ਦਾ ਸਾਰਾ ਸਮੁੰਦਰ ਇਸ ਕਟੋਰੇ ਵਿੱਚ ਭਰਨਾ ਹੈ, ਤੇ ਕੀ ਭਰਿਆ ਜਾਏਗਾ? ਨਹੀਂ ਭਰਿਆ ਜਾਏਗਾ, ਕਿਉਂਕਿ ਇੱਕ ਛੋਟੇ ਜਿਹੇ ਕਟੋਰੇ ਵਿੱਚ ਸਾਰਾ ਸਮੁੰਦਰ ਕਿਵੇਂ ਭਰ ਸਕਦੇ ਹਾਂ? ਨਹੀਂ ਭਰਿਆ ਜਾ ਸਕਦਾ। ਫਿਰ ਕੀ ਕੀਤਾ ਜਾ ਸਕਦਾ? ਵੀ ਕਟੋਰਾ ਸਮੁੰਦਰ ਵਿੱਚ ਸਮਾ ਸਕਦਾ ਹੈ। ਕਟੋਰੇ ਵਿੱਚ ਸਮੁੰਦਰ ਨਹੀਂ ਆ ਸਕਦਾ, ਪਰ ਸਮੁੰਦਰ ਦੇ ਵਿੱਚ ਕਟੋਰਾ ਸਮਾ ਸਕਦਾ ਹੈ। ਬਸ ਇਸੇ ਤਰ੍ਹਾਂ ਅਸੀਂ ਉਸ ਮਾਲਕ ਦੇ ਵਿੱਚ ਲੀਨ ਹੋਣਾ ਹੈ, ਅਸੀਂ ਉਹਦੇ ਵਿੱਚ ਸਮਾਉਣਾ ਹੈ, ਉਹਦਾ ਅੰਤ ਨਹੀਂ ਪਾ ਸਕਦੇ। ਇੱਕ ਜਨਮ ਨਹੀਂ, ਮਹਾਰਾਜ ਕਹਿੰਦੇ ਕਈ ਜਨਮ ਤੂੰ ਲੈ ਲੈ, ਕਈ ਜਨਮ ਉਹਦੇ ਕਰੋੜਾਂ ਵਾਰੀ ਵੀ ਗੁਣ ਗਾਉਂਦਾ ਰਹਿ, ਪਰ ਉਸ ਬੇਅੰਤ ਦਾ ਅੰਤ ਨਹੀਂ ਪੈ ਸਕਦਾ। ਅੱਜ ਵਿਗਿਆਨ ਬੜਾ ਕੁਝ ਸਾਬਤ ਕਰ ਰਿਹਾ, ਔਰ ਕੀਤਾ ਵੀ ਹੈ, ਕੋਈ ਸ਼ੱਕ ਨਹੀਂ। ਪਰ ਵਿਗਿਆਨ ਅੱਜ ਵੀ ਜਨਮ ਤੇ ਮੌਤ ਦੇ ਜਿਹੜੇ ਨੇ ਭੇਦ, ਉਹਨੂੰ ਅੱਜ ਤੱਕ ਖੋਲ ਨਹੀਂ ਸਕਿਆ। ਨਾ ਜਨਮ ਦਾ ਸਮਾਂ ਕੋਈ ਦੱਸ ਸਕਿਆ ਤੇ ਨਾ ਮੌਤ ਦਾ ਸਮਾਂ ਦੱਸ ਸਕਿਆ। ਅੰਦਾਜ਼ਾ ਦੱਸ ਦਿੱਤਾ ਜਾਂਦਾ ਹੈ ਵੀ ਇੰਨੇ ਦਿਨਾਂ ਦੇ ਵਿੱਚ ਜਿਹੜਾ ਉਹ ਜਨਮ ਹੋ ਸਕਦਾ ਹੈ, ਜਾਂ ਇਹ ਕਹਿ ਸਕਦੇ ਵੀ ਅੱਜ ਜਨਮ ਹੋ ਸਕਦਾ ਹੈ, ਪਰ ਕੋਈ ਇਹ ਨਹੀਂ ਕਹਿ ਸਕਦਾ ਇੰਨੇ ਵੱਜ ਕੇ ਇੰਨੇ ਮਿੰਟ ਤੇ ਹੋਏਗਾ। ਅੰਦਾਜ਼ਾ ਹੈ ਵੀ ਅੱਜ ਜਨਮ ਹੋ ਸਕਦਾ ਹੈ, ਪਰ ਇਹ ਨਹੀਂ ਪਤਾ ਸਵੇਰੇ, ਦੁਪਹਿਰੇ ਕੇ ਸ਼ਾਮੀ ਕੇ ਰਾਤੀ ਹੋਏਗਾ। ਮੌਤ, ਕਈ ਵਾਰੀ ਡਾਕਟਰ ਕਹਿੰਦੇ ਆ ਘਰ ਲੈ ਜਾਓ ਇਹਨੂੰ, ਸਾਡੇ ਵੱਲੋਂ ਜਵਾਬ ਹੈ, ਸਾਡੇ ਵੱਲੋਂ ਹੱਥ ਜੁੜ ਗਏ, ਜਵਾਬ ਹੈ ਇਹਨੂੰ ਘਰ 'ਚ ਰੱਖ ਲਓ, ਕੀ ਪਤਾ 2 ਦਿਨ ਕੱਟੇ ਤੇ ਕੀ ਪਤਾ 4 ਦਿਨ ਕੱਟੇ। ਜਿਨ੍ਹਾਂ ਨੂੰ ਡਾਕਟਰ ਨੇ ਇਹ ਗੱਲ ਕਹਿਤੀ ਵੀ 2 ਦਿਨ ਕੱਟੇ 4 ਦਿਨ ਕੱਟੇ, ਅੱਜ ਉਹਨਾਂ ਨੂੰ 10-10 ਸਾਲ ਹੋ ਗਏ ਰਹਿੰਦੇ ਆ। ਅੰਦਾਜ਼ਾ ਸੀ ਨਾ ਉਹਨਾਂ ਦਾ, ਪਰ ਇਹ ਨਹੀਂ ਸੀ ਪਤਾ ਜਿਹਨੂੰ 2-4 ਦਿਨ ਲਈ ਕਹਿ ਰਹੇ ਆ ਇਹਨੇ ਤੇ ਹਜੇ 10 ਸਾਲ ਹੋਰ ਜਿਉਣਾ ਦੁਨੀਆ 'ਚ। ਤੇ ਕਈ ਵਾਰ ਐਸਾ ਹੁੰਦਾ ਹੈ ਕਿ ਡਾਕਟਰ ਕਹਿੰਦੇ ਹੁਣ ਸਾਡੇ ਵੱਸ ਨਹੀਂ, ਇਹਨੂੰ ਤੁਸੀਂ ਲੈ ਜਾਓ, 1-2 ਦਿਨ ਦਾ ਮਹਿਮਾਨ ਹੈ, ਸੇਵਾ ਕਰ ਲਓ, ਪਰ ਇਹ ਨਹੀਂ ਦੱਸਦੇ ਵੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਇਹਨੇ ਦੁਨੀਆ ਤੋਂ ਜਾਣਾ ਹੈ।
ਇਹ ਭੇਦ ਨਹੀਂ ਖੁੱਲਾ ਹਜੇ ਤੱਕ, ਕਿਉਂਕਿ ਜਨਮ ਵੀ ਉਹਦੇ ਹੱਥ ਵਿੱਚ ਤੇ ਮੌਤ ਵੀ ਉਹਦੇ ਹੱਥ ਦੇ ਵਿੱਚ ਹੈ। ਇਸ ਲਈ ਅਜੇ ਤੇ ਅਸੀਂ ਇਹ ਨਹੀਂ ਖੁਲਾਸਾ ਕਰ ਸਕੇ ਅੰਤ ਕਿੱਥੋਂ ਪਾ ਲਵਾਂਗੇ। ਪਰਮੇਸ਼ਵਰ ਕਿਵੇਂ ਬਣਤਰ ਬਣਾਉਂਦਾ ਹੈ ਮਾਤਾ ਦੀ ਕੁੱਖ ਵਿੱਚ, ਕਿਵੇਂ ਉਹਦੇ ਵਿੱਚ ਜਿੰਦ ਪਾਉਂਦਾ ਹੈ ਤੇ ਕਿਵੇਂ ਉਹਦੇ ਵਿੱਚੋਂ ਜਿੰਦ ਕੱਢ ਲੈਂਦਾ ਹੈ। ਅੱਗੇ ਸ਼ਬਦ ਵਿੱਚ ਤੁਸੀਂ ਵਿਚਾਰੋਗੇ ਕਿ ਪੁੱਛ ਨਾ ਸਾਜੈ ਪੁੱਛ ਨਾ ਢਾਏ। ਉਹਨੇ ਕਿਸੇ ਨੂੰ ਪੁੱਛ ਕੇ ਸਲਾਹ ਲੈ ਕੇ ਮਸ਼ਵਰਾ ਕਰਕੇ ਥੋੜ੍ਹੀ ਉਹਨੇ ਸਾਜਣਾ ਤੇ ਢਾਉਣਾ ਹੈ, ਉਹਦੀ ਆਪਣੀ ਮੌਜ ਹੈ। ਇਸ ਲਈ ਉਹਦੇ ਅਗਲੇ ਹੁਕਮ ਨੂੰ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਅਗਲੇ ਪਲ ਵਿੱਚ ਕੀ ਉਹਦਾ ਹੁਕਮ ਹੈ ਹਜੇ ਤੱਕ ਤੇ ਸਾਡੇ ਇਹ ਨਹੀਂ ਦਿਮਾਗ ਵਿੱਚ ਖਿਆਲ ਆਉਂਦਾ, ਅਸੀਂ ਅੰਤ ਕਿੱਥੋਂ ਪਾ ਲਾਂਗੇ ਉਹਦਾ। ਇਸ ਲਈ ਮਹਾਰਾਜ ਜੀ ਕਹਿੰਦੇ ਆ ਕਿ ਮਨ ਆਖ ਆਖ ਕੇ ਉਹਨੇ ਨਾਮ ਦੇ ਨਾਲ ਜੁੜਿਆ ਹੋਇਆ ਅੰਦਰ ਸਾਜ਼ ਵਜਾਉਂਦਾ ਹੈ। ਜਿਉਂ-ਜਿਉਂ ਜਾਪੈ, ਜਿਵੇਂ ਜਿਵੇਂ ਉਹਨੂੰ ਜਾਪਦਾ ਹੈ, ਕਿਸੇ ਨੂੰ ਕਿਸੇ ਤਰ੍ਹਾਂ ਜਾਪਦਾ ਹੈ, ਕਿਸੇ ਨੂੰ ਕਿਸੇ ਤਰ੍ਹਾਂ, ਕਿਸੇ ਨੂੰ ਕਿਵੇਂ ਸਮਝ ਆਈ, ਕਿਸੇ ਨੂੰ ਕਿਵੇਂ ਸਮਝ ਆਈ, ਭਾਵ ਜਿਹਨੂੰ ਜਿਵੇਂ ਜਿਵੇਂ ਸਮਝ ਵਿੱਚ ਆਉਂਦੀ ਹੈ ਗੱਲ, ਉਹ ਉਸੇ ਤਰ੍ਹਾਂ ਕਹਿੰਦੇ ਉਹਦੇ ਗੁਣ ਜਿਹੜੇ ਨੇ ਉਹ ਗਾਉਂਦਾ ਹੈ। ਵਾਹਿਗੁਰੂ ਪਰਮੇਸ਼ਵਰ ਅੱਲਾਹ ਦੀ ਯਾਦ ਵਿੱਚ ਜੁੜਿਆ ਹੋਇਆ ਮਨ ਜਿਹੜਾ ਹੈ ਕਹਿੰਦੇ ਅੰਦਰ ਹੀ ਉਹਦੇ ਗੁਣ ਜਿਹੜੇ ਨੇ ਗਾਉਂਦਾ ਹੈ, ਪਰ ਗਾ ਕੇ ਵੀ ਉਹਦਾ ਅੰਤ ਨਹੀਂ ਹੈ। ਸਾਹਿਬ ਜੀ ਕਹਿੰਦੇ ਜਿਸ ਨੂੰ ਵਾਏ ਸੁਣਾਈਐ ਸੋ ਕੇਵਡ ਕਿਤ ਥਾਏ। ਅਸੀਂ ਜਿਸ ਨੂੰ ਸੁਣਾ ਰਹੇ ਹਾਂ, ਗਾ ਕੇ ਸੁਣਾ ਰਹੇ ਹਾਂ, ਬੋਲ ਕੇ ਸੁਣਾ ਰਹੇ ਹਾਂ, ਪਰ ਜੇ ਉਹ ਸਾਹਮਣੇ ਵਾਲਾ ਪੁੱਛ ਲਏ ਵੀ ਉਹ ਕੇਵਡ ਵੱਡਾ ਹੈ, ਉਹ ਕਿੰਨਾ ਵੱਡਾ ਹੈ, ਅਸੀਂ ਉਹ ਨਹੀਂ ਦੱਸ ਸਕਦੇ। ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ, ਪਰ ਜੇ ਕੋਈ ਉਹਦੀ ਉਚਾਈ ਪੁੱਛ ਲਏ ਤੇ ਸਾਡੇ ਕੋਲੋਂ ਨਾਪੀ ਕੋਈ ਨਹੀਂ ਜਾਣੀ। ਉਹ ਕਿੰਨਾ ਵੱਡਾ ਹੈ ਜੇ ਉਹ ਪੁੱਛ ਲਵੇ ਸਾਨੂੰ ਕੋਈ, ਅਸੀਂ ਹੁਣ ਦੱਸ ਰਹੇ ਹਾਂ ਗਾ ਕੇ ਕਿ ਉਹ ਵੱਡੇ ਤੋਂ ਵੱਡਾ ਹੈ, ਉਹ ਉੱਚੇ ਤੋਂ ਉੱਚਾ ਹੈ, ਪਰ ਤੁਹਾਡੇ ਚੋਂ ਜੇ ਕੋਈ ਸਵਾਲ ਕਰ ਲਵੇ ਵੀ ਭਾਈ ਸਾਹਿਬ ਦੱਸੋ ਉਹ ਕਿੰਨਾ ਉੱਚਾ, ਤੇ ਉਹਦੀ ਉਚਾਈ ਤਾਂ ਨਾਪੀ ਨਹੀਂ ਜਾਣੀ। ਉਹ ਕਿੰਨਾ ਵੱਡਾ ਹੈ ਇਹ ਵੀ ਨਹੀਂ ਦੱਸਿਆ ਜਾ ਸਕਦਾ। ਬਸ ਕਿਹਾ ਜਾ ਸਕਦਾ ਹੈ ਕਿ ਉਹ ਵੱਡਾ ਹੈ, ਕਿਹਾ ਜਾ ਸਕਦਾ ਵੀ ਉਹ ਉੱਚੇ ਤੋਂ ਉੱਚਾ ਹੈ, ਪਰ ਉਹਨੂੰ ਮਾਪਿਆ ਨਹੀਂ ਜਾ ਸਕਦਾ, ਉਹਨੂੰ ਮਿਣਿਆ ਨਹੀਂ ਜਾ ਸਕਦਾ, ਔਰ ਉਹਨੂੰ ਤੋਲ ਕੇ ਵੀ ਨਹੀਂ ਦੱਸਿਆ ਜਾ ਸਕਦਾ ਵੀ ਉਹ ਇੰਨਾ ਭਾਰਾ ਹੈ। ਇਸ ਲਈ ਨਾ ਤੋਲ ਵਿੱਚ, ਨਾ ਮਿਣਤੀ ਵਿੱਚ, ਨਾ ਗਿਣਤੀ ਦੇ ਵਿੱਚ, ਤੇ ਨਾ ਹੀ ਕਹਿਣ ਲੱਗੇ ਉਹ ਕਿਸੇ ਰੂਪ ਵਿੱਚ ਉਹਦਾ ਅੰਤ ਹੈ। ਹਾਂ ਸਾਹਿਬ ਜੀ ਕਹਿੰਦੇ ਨੇ ਜਿਸ ਨੂੰ ਵਾਏ ਸੁਣਾਈਐ ਆਖ ਆਖ ਮਨ ਵਾਵਣਾ। ਅਸੀਂ ਆਖ ਆਖ ਕੇ ਉਸ ਅੱਲਾਹ ਪਰਮੇਸ਼ਵਰ ਬਾਰੇ ਦੱਸ ਤਾਂ ਰਹੇ ਹਾਂ, ਪਰ ਕਹਿੰਦੇ ਜਿਸ ਨੂੰ ਜਿਹਨੂੰ ਤੂੰ ਗਾ ਕੇ ਸੁਣਾ ਰਿਹਾ ਹੈ ਸੋ ਕੇਵਡ ਕਿਤ ਥਾਏ, ਉਹ ਕਿੰਨਾ ਵੱਡਾ ਹੈ। ਕਿਤ ਥਾਏ, ਕਿਸ ਥਾਂ ਤੇ ਵਸਦਾ ਹੈ, ਇਹ ਤਾਂ ਪਰਮੇਸ਼ਵਰ ਹੀ ਜਾਣੇ, ਜਾਂ ਪਰਮੇਸ਼ਵਰ ਦਾ ਰੂਪ ਸਤਿਗੁਰੂ ਜਾਣੇ। ਕਿਉਂਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਪੁਰਖ ਨੂੰ ਜੇ ਕਿਸੇ ਨੇ ਜਾਣਿਆ ਤੇ ਉਹ ਸਤਿਗੁਰ ਹੈ। ਤਾਂ ਹੀ ਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਤੇ ਪੀਰ ਨੇ ਆਖਿਆ ਸੀ ਨਾਨਕ ਜੀ ਕੁਫਰ ਤੋਲਦੇ ਹੋ, ਇੱਥੇ ਤੇ 7 ਪਾਤਾਲ ਤੇ 7 ਆਕਾਸ਼ ਦੀ ਗੱਲ ਹੈ, ਤੁਸੀਂ 14 ਭਵਨਾਂ ਨੂੰ ਲੱਖਾਂ ਵਿੱਚ ਬਦਲ ਦਿੱਤਾ। ਕਹਿੰਦੇ ਨਹੀਂ, ਤੁਹਾਡੇ ਜਿਹੜੇ ਪੀਰ ਪੈਗੰਬਰ ਆਏ ਉਹ ਜਿੱਥੇ ਤੱਕ ਪਹੁੰਚੇ ਉੱਥੇ ਤੱਕ ਉਹਨਾਂ ਨੇ ਬਿਆਨ ਕਰ ਦਿੱਤਾ, ਜਿੱਥੇ ਤੱਕ ਮੈਂ ਪਹੁੰਚਿਆ ਮੈਂ ਉੱਥੇ ਤੱਕ ਬਿਆਨ ਕਰ ਦਿੱਤਾ। ਹੁਣ ਤੁਹਾਨੂੰ ਕੋਈ ਪੁੱਛੇ ਵੀ ਅੰਮ੍ਰਿਤਸਰ ਸਾਹਿਬ ਜਾਣਾ ਤੇ ਤੁਸੀਂ ਕਹੋ ਵੀ ਮੈਂ ਤੇ ਜਲੰਧਰ ਤੱਕ ਹੀ ਗਿਆ, ਅੱਗੇ ਦਾ ਮੈਨੂੰ ਨਹੀਂ ਪਤਾ। ਵੀ ਮੈਂ ਜਲੰਧਰ ਤੱਕ ਦਾ ਰਸਤਾ ਦੱਸ ਸਕਦਾ ਕਿਉਂਕਿ ਉੱਥੇ ਤੱਕ ਮੈਂ ਗਿਆ, ਪਰ ਉਸ ਤੋਂ ਅੱਗੇ ਨਹੀਂ ਮੈਨੂੰ ਪਤਾ। ਹੁਣ ਜਿਹੜਾ ਅੰਮ੍ਰਿਤਸਰ ਸਾਹਿਬ ਸ਼ਹਿਰ ਪਹੁੰਚਿਆ ਉਹੀ ਦੱਸ ਸਕਦਾ ਵੀ ਉਹ ਕਿੱਥੇ ਹੈ, ਰਾਹ ਕਿਹੜਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਕੋਈ 4 ਕਦਮ ਚੱਲਿਆ, ਕੋਈ 10 ਕਦਮ ਚੱਲਿਆ, ਤੇ ਕੋਈ 1000 ਕਦਮ ਚੱਲਿਆ। ਜਿਹੜਾ 1000 ਕਦਮ ਚੱਲਿਆ ਉਹਨੂੰ 1000 ਕਦਮਾਂ ਦੀ ਸੋਝੀ ਹੈ, ਜਿਹੜਾ 10 ਕਦਮ ਚੱਲਿਆ ਉਹਨੂੰ 10 ਕਦਮਾਂ ਦੀ ਸੋਝੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ
ਫਿਰ ਪੀਰ ਦਸਤਗੀਰ ਨੇ ਇਹ ਪੁੱਛ ਲਿਆ ਸੀ, ਤੁਸੀਂ ਕਹਿੰਦੇ ਹੋ ਵੀ ਅੱਲਾਹ ਸਭਨਾਂ ਦੇ ਵਿੱਚ ਵਸਦਾ ਹੈ, ਤੇ ਜੇ ਵਸਦਾ ਹੈ ਤੇ ਸਾਨੂੰ ਕਿਉਂ ਨਹੀਂ ਦਿਸਦਾ? ਤੇ ਜੇ ਉਹ ਸਭਨਾਂ ਵਿੱਚ ਵਰਤ ਰਿਹਾ ਤੇ ਉਹ ਕਰਦਾ ਕੀ ਹੈ? ਮਹਾਰਾਜ ਜੀ ਕਹਿੰਦੇ ਨੇ ਦਸਤਗੀਰ, ਜਿਵੇਂ ਦੁੱਧ ਦੇ ਵਿੱਚ ਘਿਓ ਮੱਖਣ ਹੁੰਦਾ ਹੈ ਪਰ ਦਿਸਦਾ ਨਹੀਂ ਹੁੰਦਾ, ਪਰ ਹੁੰਦਾ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਕੁਦਰਤ ਵਿੱਚ ਕਾਦਰ ਵਸਦਾ ਹੈ ਪਰ ਦਿਸਦਾ ਨਹੀਂ। ਉਹ ਕਿਵੇਂ ਦਿਸੇਗਾ? ਉਹ ਮਹਿਸੂਸ ਕਿਵੇਂ ਹੋਏਗਾ? ਕਹਿੰਦੇ ਬਸ ਸੌਖਾ ਤਰੀਕਾ ਕਿ ਦੁੱਧ ਨੂੰ ਜਾਗ ਲਾ ਕੇ ਉਹਨੂੰ ਰਿੜਕ, ਜਦੋਂ ਰਿੜਕੇਗਾ ਉਹਦੇ ਵਿੱਚੋਂ ਦੀ ਮੱਖਣ ਉੱਪਰ ਆ ਜਾਏਗਾ। ਬਸ ਅੰਦਰ ਪ੍ਰੇਮ ਦਾ ਜਾਗ ਲਾ, ਸੱਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਕਹਿੰਦੇ ਅੰਦਰ ਪ੍ਰੇਮ ਦਾ ਜਾਗ ਲਾ ਤੇ ਉਹਦੇ ਨਾਮ ਦਾ ਸਿਮਰਨ ਕਰਕੇ ਰਿੜਕ, ਜਿਵੇਂ ਜਿਵੇਂ ਰਿੜਕਦਾ ਜਾਏਗਾ ਤਿਵੇਂ ਤਿਵੇਂ ਉਹ ਤਤ ਦੀ ਤੈਨੂੰ ਗੱਲ ਸਮਝ ਆ ਜਾਏਗੀ। ਤੈਨੂੰ ਸੰਸਾਰ ਵਿੱਚ ਨਿਰੰਕਾਰ ਬਲਹਾਰੀ ਕੁਦਰਤ ਵਸਿਆ, ਜਿਹੜਾ ਕੁਦਰਤ ਵਿੱਚ ਵਸਿਆ, ਤੈਨੂੰ ਉਹਦੀ ਸਮਝ ਆ ਜਾਏਗੀ ਕਿ ਮੈਂ ਇਹਦਾ ਅੰਤ ਤਾਂ ਨਹੀਂ ਪਾ ਸਕਦਾ, ਹਾਂ ਇਹਦੇ ਵਿੱਚ ਲੀਨ, ਇਹਦੇ ਵਿੱਚ ਸਮਾ ਜ਼ਰੂਰ ਸਕਦਾ। ਸਤਿਗੁਰੂ ਮਹਾਰਾਜ ਨੂੰ ਕਹਿੰਦੇ ਪੀਰ ਦਸਤਗੀਰ, ਕਹਿਣ ਲੱਗਾ ਵੀ ਚਲੋ ਇਹ ਤੇ ਸਮਝ ਆ ਗਈ, ਉਹ ਕਰਦਾ ਕੀ ਹੈ? ਸਭਨਾਂ ਦੇ ਵਿੱਚ ਬੈਠਾ ਹੋਇਆ। ਸਭ ਕਹਿੰਦੇ ਤੂੰ ਆਸਨ ਤੇ ਬੈਠਾ, ਮੈਂ ਖਲੋਤਾ, ਤੂੰ ਸਵਾਲੀਆ ਹੈ ਤੇ ਮੈਂ ਤੈਨੂੰ ਜਵਾਬ ਦੇਣਾ। ਸਵਾਲੀਆ ਹਮੇਸ਼ਾ ਖਲੋ ਕੇ ਸਵਾਲ ਕਰਦਾ ਹੈ ਤੇ ਜਵਾਬ ਦੇਣ ਵਾਲਾ ਆਸਨ ਤੇ ਬੈਠ ਕੇ ਜਵਾਬ ਦਿੰਦਾ ਹੈ। ਉਸੇ ਵੇਲੇ ਪੀਰ ਦਸਤਗੀਰ ਉੱਠ ਕੇ ਧੰਨ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਆਇਆ ਤੇ ਆਪ ਗੁਰੂ ਸਾਹਿਬ ਆਸਨ ਤੇ ਬੈਠੇ ਤੇ ਮਹਾਰਾਜ ਕਹਿੰਦੇ ਬਸ ਉਹ ਇਹੀ ਕਰਦਾ ਹੈ, ਉਹ ਪਲ ਵਿੱਚ ਖੇਡ ਬਦਲ ਦਿੰਦਾ ਹੈ, ਉਹ ਪਲ ਵਿੱਚ ਪਾਸਾ ਬਦਲ ਦਿੰਦਾ ਹੈ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਉਹ ਪਲ ਵਿੱਚ ਖੇਡ ਬਦਲ ਦਿੰਦਾ ਹੈ। ਬਸ ਇਹ ਯਤਨ ਕਰੋ ਕਿ ਉਹਦੀ ਕਿਤੇ ਨਜ਼ਰ ਉਪੱਠੀ ਨਾ ਸਾਡੇ ਤੇ ਹੋ ਜਾਏ। ਅਸੀਂ ਸਿੱਧੀ ਨਜ਼ਰ ਮਾਲਕ ਦੀ ਚਾਹੁੰਦੇ ਹਾਂ, ਕਿਉਂਕਿ ਉਹਦੀਆਂ ਜਿਹੜੀਆਂ ਨਜ਼ਰਾਂ ਨੇ ਨਾ ਉਹ ਸਿੱਧੀਆਂ ਸਾਡੇ ਤੇ ਪੈ ਗਈਆਂ। ਤੇ ਮਹਾਰਾਜ ਕਹਿੰਦੇ ਤੇਰੇ ਜੀਵਨ ਵਿੱਚ ਇੰਨੀਆਂ ਕੁ ਖੁਸ਼ੀਆਂ ਨੇ, ਤੂੰ ਨਾਨਕ ਨਦਰੀ ਨਦਰ ਨਿਹਾਲ ਹੋ ਜਾਏਗਾ। ਪਰ ਜੇ ਕਿਤੇ ਨਜ਼ਰ ਉਪੱਠੀ ਹੋ ਗਈ, ਤੇਰੇ ਕਰਮ ਵੇਖ ਕੇ, ਤੇਰਾ ਆਚਰਣ, ਤੇਰਾ ਜੀਵਨ ਵੇਖ ਕੇ, ਤੇਰੀ ਸੋਚ ਮਾੜੀ ਸੋਚ ਵੇਖ ਕੇ, ਤੇ ਫਿਰ ਧਿਆਨ ਰੱਖੀ ਨਦਰ ਉਪੱਠੀ ਜੇ ਕਰੈ ਸੁਲਤਾਨਾ, ਘਾਓ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਉਹ ਇਹ ਕਰਦਾ ਹੈ ਕਾਦਰ। ਕਹਿੰਦੇ ਜੇ ਨਦਰ ਉਪੱਠੀ ਕਰ ਦੇਵੇ ਤੇ ਵੱਡੇ ਤੋਂ ਵੱਡੇ ਸੁਲਤਾਨ ਨੂੰ ਵੀ ਘਾਹ ਖੋਦਣ ਤੇ ਲਾ ਦਿੰਦਾ ਹੈ, ਵੱਡੇ ਤੋਂ ਵੱਡੇ ਬਾਦਸ਼ਾਹ ਨੂੰ ਵੀ, ਜਿਹਦੇ ਦਰ ਤੇ ਹਜ਼ਾਰਾਂ ਫਕੀਰ ਰੋਜ਼ ਮੰਗਣ ਆਉਂਦੇ ਸਨ। ਅੱਜ ਐਸੀ ਖੇਡ ਬਦਲੀ, ਐਸਾ ਪਾਸਾ ਜਿਹੜਾ ਸੀ ਬਦਲ ਗਿਆ ਕਿ ਉਹੀ ਸੁਲਤਾਨ ਅੱਜ ਘਰ ਘਰ ਮੰਗਦਾ ਹੈ। ਤੇ ਜਦੋਂ ਘਰ ਘਰ ਮੰਗਦਾ ਦਰ ਮੰਗਣ ਭਿੱਖ ਨਾ ਪਾਏਂਦਾ, ਇਹ ਹੈ ਉਸ ਕਾਦਰ ਦਾ ਹੁਕਮ। ਪਲ ਵਿੱਚ ਪਤਾ ਨਹੀਂ ਉਹਨੇ ਕਿਹੜੀ ਖੇਡ ਕਿਵੇਂ ਵਰਤਾ ਦੇਣੀ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਜਿਵੇਂ ਪੀਰ ਦਸਤਗੀਰ ਨੂੰ ਸਮਝਾਇਆ, ਇਸ ਸ਼ਬਦ ਰਾਹੀਂ ਸਮਝਾਉਂਦੇ ਨੇ। ਸਾਹਿਬ ਜੀ ਕਹਿੰਦੇ ਜਿਸ ਨੂੰ ਵਾਏ ਸੁਣਾਈ ਹੈ, ਜਿਹਨੂੰ ਵੀ ਆਪਾਂ ਸੁਣਾ ਰਹੇ ਹਾਂ ਆਖ ਆਖ ਕੇ, ਤੇ ਜੇ ਉਹ ਪੁੱਛ ਲੈ ਵੀ ਉਹ ਕੇਵੜ ਵੱਡਾ ਹੈ, ਸਾਡੇ ਕੋਲੋਂ ਫਿਰ ਉੱਥੇ ਜਵਾਬ ਨਹੀਂ ਦਿੱਤਾ ਜਾਣਾ। ਉਹ ਕਿੰਨਾ ਉੱਚਾ ਹੈ, ਸਾਡੇ ਕੋਲੋਂ ਜਵਾਬ ਨਹੀਂ ਦਿੱਤਾ ਜਾਣਾ। ਉਹ ਕਿਸ ਥਾਂ ਵਸਦਾ ਹੈ, ਜਵਾਬ ਨਹੀਂ ਦਿੱਤਾ ਜਾਣਾ, ਕਿਉਂਕਿ ਕੋਈ ਥਾਂ ਹੈ ਹੀ ਨਹੀਂ ਐਸੀ ਜਿੱਥੇ ਉਹ ਨਾ ਵਸਦਾ ਹੋਵੇ। ਉਹ ਸਭਨਾਂ ਦੇ ਹਿਰਦਿਆਂ ਦੇ ਵਿੱਚ, ਕਣ ਕਣ ਦੇ ਵਿੱਚ ਵਸਣ ਵਾਲਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਆਖਣ ਵਾਲੇ ਜੇਤੜੇ, ਜੇਤੜੇ ਦਾ ਅਰਥ ਜਿੰਨੇ ਵੀ ਆਖਣ ਵਾਲੇ ਨੇ ਅੱਲਾਹ ਦੀ, ਪਰਮੇਸ਼ਵਰ ਦੀ, ਪਰਵਤਗਾਰ ਦੀ, ਅਕਾਲ ਪੁਰਖ ਜੀ ਦੀ ਗੱਲ ਕਰਨ ਵਾਲੇ ਨੇ, ਸਭ ਆਖ ਰਹੇ ਲਿਵ ਲਾਏ। ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਆਖ ਖੱਖੇ ਨੂੰ ਸਿਹਾਰੀ ਆਖ ਕੇ, ਕਹਿੰਦੇ ਸਾਰੇ ਦੇ ਸਾਰੇ ਆਖ ਕੇ ਰਹੇ। ਰਹੇ ਦਾ ਅਰਥ ਹੈ ਜ਼ਿੰਦਗੀ ਮੁੱਕ ਗਈ। ਲਿਵ ਲਾਉਣ ਦੀਆਂ ਗੱਲਾਂ ਕਰਨ ਵਾਲੇ ਆਖ ਆਖ ਕੇ ਰਹਿ ਗਏ, ਥੱਕ ਗਏ, ਪਰ ਉਹਦਾ ਅੰਤ ਨਾ ਪਾ ਸਕੇ। ਦੂਜਾ ਅਰਥ ਕਹਿੰਦੇ ਜਿੰਨੇ ਵੀ ਆਖਣ ਵਾਲੇ ਸਨ
ਆਖ ਆਖ ਕੇ ਉਹਦੇ ਨਾਲ, ਉਹਨਾਂ ਵਿੱਚੋਂ ਜਿਨ੍ਹਾਂ ਜਿਨ੍ਹਾਂ ਦੀ ਲਿਵ ਉਹਦੇ ਨਾਲ ਲੱਗ ਗਈ, ਸੁਰਤ ਲੱਗ ਗਈ, ਉਹ ਫਿਰ ਦੁਬਾਰਾ ਦੱਸ ਨਹੀਂ ਸਕੇ ਕਿ ਉਹ ਕਿੰਨਾ ਵੱਡਾ ਹੈ। ਜਿਹੜੇ ਉਹਦੇ ਵਿੱਚ ਲੀਨ ਹੋ ਗਏ, 15 ਦੇ 15 ਭਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬੈਠੇ ਆ। ਉਹ ਕੌਣ ਬੈਠੇ ਆ? ਜਿਹੜੇ ਪਰਵਤ ਦਿਗਾਰ ਦੇ ਵਿੱਚ ਲੀਨ ਹੋਏ ਹੋਏ ਨੇ, ਜਿਹੜੇ ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਸਮਾਏ ਹੋਏ ਨੇ। ਜਿੱਥੇ 15 ਭਗਤਾਂ ਤੇ ਪਰਮੇਸ਼ਵਰ ਵਿੱਚ ਕੋਈ ਅੰਤ ਜਿਹੜਾ ਉਹ ਕੋਈ ਅੰਤਰ ਨਹੀਂ ਪਾਇਆ ਜਾ ਸਕਦਾ, ਅਭੇਦ ਹੋ ਗਏ, ਸਮਾ ਗਏ ਨੇ। ਪਰ 15 ਦੇ 15 ਭਗਤਾਂ ਦੀ ਬਾਣੀ ਪੜ੍ਹ ਕੇ ਵੇਖੋ, ਕਹਿੰਦੇ ਸਮਾਏ ਜ਼ਰੂਰ ਆ, ਪਰ ਉਹਦਾ ਅੰਤ ਨਹੀਂ ਅਸੀਂ ਦੱਸ ਸਕਦੇ। ਇਹ ਤਾਂ ਖੇਡ ਗੂੰਗੇ ਦੀ ਮਠਿਆਈ ਵਾਲੀ ਹੈ। ਪਹਿਲਾਂ ਤੇ ਅਸੀਂ ਕਹਿ ਸਕਦੇ ਹਾਂ ਬੜੀ ਮਿੱਠੀ ਹੈ, ਬੜੀ ਮਿੱਠੀ ਹੈ, ਇਹ ਬੜੀ ਸਵਾਦ ਹੈ, ਬੜੀ ਸਵਾਦ ਹੈ, ਪਰ ਜਦੋਂ ਖਾ ਕੇ ਵੇਖਿਆ ਉਸ ਤੋਂ ਬਾਅਦ ਬੋਲ ਕੇ ਦੱਸ ਹੀ ਨਹੀਂ ਸਕੇ ਕਿੰਨੀ ਮਿੱਠੀ ਹੈ। ਉਸ ਤੋਂ ਬਾਅਦ ਨਹੀਂ, ਪਹਿਲਾਂ ਦੱਸਦੇ ਰਹੇ ਵੀ ਇੰਨਾ ਸਵਾਦ, ਇੰਨੀ ਮਿੱਠੀ, ਪਰ ਜਦੋਂ ਚੱਖ ਲਿਆ, ਚੱਖਣ ਤੋਂ ਬਾਅਦ ਫਿਰ ਦੱਸਣਾ ਔਖਾ ਹੋ ਗਿਆ। ਜਿਨ ਇਹ ਚਾਖੀ ਸੋਈ ਜਾਣੇ, ਗੂੰਗੇ ਕੀ ਮਠਿਆਈ ਵਾਲੀ ਖੇਡ ਹੈ। ਸਾਹਿਬ ਜੀ ਕਹਿੰਦੇ ਨੇ ਆਖ ਕੇ, ਜਿਹੜੇ ਕਹਿੰਦੇ ਸੀ ਵੀ ਉਹ ਇੰਨਾ ਵੱਡਾ ਹੈ, ਉਹ ਇੰਨਾ ਪਵਿੱਤਰ ਹੈ, ਉਹਦਾ ਨਾਮ ਇੰਨਾ ਪਵਿੱਤਰ ਹੈ, ਜਿਹੜੇ ਉਹਦੇ ਮਨ ਕਰਕੇ ਆਖਣ ਵਾਲੇ, ਉਹਦੇ ਜਿਹੜੇ ਮਨ ਵਿੱਚ ਸਾਜ਼ ਵੱਜਦੇ ਆ, ਉਹਦੇ ਰਾਹੀਂ ਜਿਹੜੇ ਗਾ ਰਹੇ ਸਨ, ਕਹਿੰਦੇ ਆਖਣ ਵਾਲੇ ਜੇਤੜੇ ਜਿੰਨੇ ਵੀ ਸੀ, ਸਭ ਆਖ ਰਹੇ ਲਿਵ ਲਾਏ। ਸਾਰੇ ਆਖ ਕੇ ਉਹਦੇ ਨਾਲ ਲਿਵ ਜੁੜ ਗਈ, ਸੁਰਤ ਜੁੜ ਗਈ। ਤੇ ਜਦੋਂ ਸੁਰਤ ਜੁੜ ਗਈ, ਫਿਰ ਇੱਕ ਜਿਨ੍ਹਾਂ ਜਿਨ੍ਹਾਂ ਦੀ ਸੁਰਤ ਜੁੜੀ, ਇਹ ਵੀ ਧਿਆਨ ਰੱਖਿਓ, ਜਿਨ੍ਹਾਂ ਦੀ ਅਜੇ ਅੰਦਰ ਸੁਰਤ ਨਹੀਂ ਜੁੜੀ ਹੈ, ਉਹ ਤਾਂ ਹਜੇ ਸਿਰਫ ਦੱਸ ਰਹੇ ਆ, ਪਰ ਜਿਨ੍ਹਾਂ ਦੀ ਸੁਰਤ ਜੁੜ ਗਈ, ਉਹ ਇੱਕੋ ਹੀ ਗੱਲ ਕਹਿੰਦੇ ਨੇ, ਬਾਬਾ ਅੱਲੋਹ ਅਗਮ ਅਪਾਰ। ਉਹ ਪਰਮੇਸ਼ਵਰ ਅੱਲਾਹ ਜਿਹੜਾ ਹੈ ਨਾ, ਉਹ ਅਗੰਮ ਤੇ ਅਪਾਰ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਬਸ ਉਹਨਾਂ ਨੇ ਇਹ ਦੱਸ ਦਿੱਤਾ ਕਿ ਉਹ ਨੇੜੇ ਤੋਂ ਨੇੜੇ ਹੈ। ਜਿੰਨਾ ਵੀ ਅਸੀਂ ਸੋਚ ਲਈਏ ਉਹਦੇ ਨਾਲੋਂ ਕਈ ਗੁਣਾ ਨੇੜੇ ਉਹ ਪਰਮੇਸ਼ਵਰ ਹੈ। ਜਾਂ ਜਿਨ੍ਹਾਂ ਨੇ ਚੱਖ ਲਿਆ, ਜਿਨ੍ਹਾਂ ਨੇ ਲਿਵ ਲਾ ਲਈ ਉਹਦੇ ਨਾਮ ਨਾਲ, ਉਹਨਾਂ ਨੇ ਦੁਨੀਆ ਨੂੰ ਸਮਝਾਇਆ ਕਿ ਦੁਨੀਆ ਦੇ ਲੋਕੋ, ਤੁਸੀਂ ਵੀ ਉਹਦੇ ਨਾਲ ਸੁਰਤ ਜੋੜੋ, ਐਵੇਂ ਉੱਚਾ ਚੜ ਕੇ ਰੋਲਾ ਨਾ ਪਾਓ, ਉੱਚੀਆਂ ਆਵਾਜ਼ਾਂ ਦੇ ਦੇ ਕੇ, ਉਹਨੂੰ ਆਵਾਜ਼ਾਂ ਦੇ ਕੇ ਇਹ ਮਤ ਸਮਝੋ ਕਿ ਉਹ ਬੜੀ ਦੂਰ ਹੈ। ਉਹਦੇ ਨਾਲ ਸੁਰਤ ਜੋੜ ਕੇ ਵੇਖੋ, ਉਹਦੇ ਨਾਲ ਲਿਵ ਲਾ ਕੇ ਵੇਖੋ, ਤਾਂ ਪਤਾ ਲੱਗੇਗਾ ਵੀ ਜਿੰਨੀ ਉੱਚੀ ਬਾਂਗ ਉਹਨੂੰ ਦਿੱਤੀ ਹੈ ਨਾ ਪੁਕਾਰ ਕੇ, ਉਹਦੇ ਨਾਲੋਂ ਕਈ ਗੁਣਾ ਉਹ ਸਾਡੇ ਨੇੜੇ ਬੈਠਾ ਹੋਇਆ ਹੈ। ਕਬੀਰ ਜਿਨ੍ਹਾਂ ਨੇ ਲਿਵ ਲਾਈ, ਜਿਨ੍ਹਾਂ ਨੇ ਉਸ ਅੱਲਾਹ ਨੂੰ ਸਮਝ ਲਿਆ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਵਰ ਨੂੰ ਸਮਝ ਲਿਆ, ਉਹ ਸਮਝਣ ਵਾਲਿਆਂ ਨੇ ਇੱਕ ਇਸ਼ਾਰਾ, ਕਿਉਂਕਿ ਇਹ ਰਾਹ ਹੈ ਗੁਰਮੁਖ ਗਾਡੀ ਰਾਹ ਚਲਾਉਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਗਾਡੀ ਰਾਹ ਹੈ ਕਿ ਜਿਹੜੇ ਭਗਤ ਜਨ ਰਾਹ ਤੁਰ ਕੇ ਉਹਦੇ ਵਿੱਚ ਲੀਨ ਹੋਏ ਨੇ, ਉਹ ਕਹਿੰਦੇ ਅਸੀਂ ਆਹ ਰਾਹ ਤੁਰੇ ਸੀ, ਤੁਸੀਂ ਵੀ ਇਸ ਰਾਹ ਤੁਰੋ, ਤੁਸੀਂ ਵੀ ਇਸ ਮਾਰਗ ਤੇ ਤੁਰ ਕੇ ਤੇ ਉਹਦੇ ਵਿੱਚ ਸਮਾ ਜਾਓ। ਤੇ ਜਿਹੜੇ ਸਮਾ ਗਏ ਉਹਨਾਂ ਨੇ ਇੱਕੋ ਗੱਲ ਦੱਸੀ, ਕਹਿੰਦੇ ਕਬੀਰ ਮੁੱਲਾ ਮਨਾ ਰਹੇ ਕਿਆ ਚੜ ਹੈ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਉਹਨਾਂ ਨੇ ਆਹ ਗੱਲ ਤਾਂ ਦੱਸੀ ਹੈ, ਪਰ ਇਹ ਨਹੀਂ ਦੱਸਿਆ ਵੀ ਉਹ ਕਿੰਨਾ ਵੱਡਾ ਤੇ ਕਿੰਨਾ ਉੱਚਾ ਹੈ। ਇਸ ਲਈ ਮਹਾਰਾਜ ਕਹਿੰਦੇ ਜਿੰਨੇ ਆਖਣ ਵਾਲੇ, ਉਹਨਾਂ ਨੇ ਆਖ ਆਖ ਕੇ ਉਹਨੇ ਨਾਲ ਲਿਵ ਲਾ ਲਈ। ਜਿਨ੍ਹਾਂ ਦੀ ਸੁਰਤ ਜੁੜੀ, ਉਹ ਫਿਰ ਜਿਨ ਇਹ ਚਾਖੀ ਸੋਈ ਜਾਣੇ ਦੀ ਅਵਸਥਾ ਦੇ ਮਾਲਕ ਬਣ ਗਏ, ਪਰ ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਤੇਰਾ ਹੁਕਮ ਨਾ ਜਾਪੀ ਕਿਤੜਾ, ਲਿਖ ਨਾ ਜਾਣੈ ਕੋਏ, ਜੇ ਸੋ ਸਾਇਰ ਮਿਲੀਐ, ਤਿਲ ਨਾ ਪੁਜਾਵਹਿ ਰੋਏ, ਕੀਮਤ ਕਿਨੈ ਨਾ ਪਾਈਆ, ਸਭ ਸੁਣ ਸੁਣ ਆਖੈ ਸੋਏ। ਧੰਨ ਗੁਰੂ ਨਾਨਕ ਸਾਹਿਬ ਸ਼ਬਦ ਦੇ ਦੂਸਰੇ ਪਦੇ ਵਿੱਚ ਫਿਰ ਕਿਰਪਾ ਕਰਦੇ, ਕਹਿੰਦੇ ਹੇ
ਅੱਲਹੁ ਅਗਮ ਅਪਾਰ ਪਰਮੇਸ਼ਵਰ ਜੀ, ਤੇਰਾ ਹੁਕਮ ਨਾ ਜਾਪੀ ਕੇਤੜਾ। ਜਾਪਿਆ ਹੀ ਨਹੀਂ ਜਾ ਸਕਦਾ, ਜਾਣਿਆ ਹੀ ਨਹੀਂ ਜਾ ਸਕਦਾ ਕਿ ਤੇਰਾ ਹੁਕਮ ਜਿਹੜਾ ਹੈ ਉਹ ਕਿੰਨਾ, ਕਿਹਦੇ ਵਾਸਤੇ, ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਹੈ। ਹੁਣ ਇਹ ਸਾਰਾ ਆਕਾਰ ਪਰਮੇਸ਼ਵਰ ਦਾ ਹੀ ਬਣਾਇਆ ਹੋਇਆ, ਉਸ ਅੱਲਾਹ ਦਾ। ਪਰ ਇਸ ਸਾਰੇ ਆਕਾਰ ਦੇ ਵਿੱਚ ਹੁਕਮ ਜਿਹੜਾ ਵਰਤ ਰਿਹਾ ਉਹ ਕੋਈ ਦੱਸ ਸਕਦਾ ਹੈ? ਜਾਂ ਆਪਾਂ ਜਿੰਨੇ ਆ ਬੈਠੇ ਦੱਸ ਸਕਦੇ ਹਾਂ ਅਗਲੇ ਪਲ ਵਿੱਚ ਉਹਦਾ ਹੁਕਮ ਸਾਡੇ ਲਈ ਕੀ ਹੈ? ਅਗਲੇ ਪਲ ਦੇ ਵਿੱਚ ਕਿਹੜਾ ਹੁਕਮ ਸਾਡੇ ਵਾਸਤੇ ਉਸ ਮਾਲਕ ਦਾ ਹੈ? ਨਹੀਂ ਦੱਸ ਸਕਦੇ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ, ਉਹਦਾ ਹੁਕਮ ਦੱਸਿਆ ਹੀ ਨਹੀਂ ਜਾ ਸਕਦਾ। ਜੇ ਅਸੀਂ ਉਹਦੇ ਅਗਲੇ ਹੁਕਮ ਨੂੰ ਦੱਸ ਲਈਏ ਫਿਰ ਤੇ ਅੰਤ ਪੈ ਗਿਆ ਉਹਦਾ, ਫਿਰ ਤੇ ਉਹਦਾ ਅਖੀਰ ਆ ਗਿਆ ਵੀ ਅਸੀਂ ਦੱਸ ਸਕਦੇ ਹਾਂ ਵੀ ਇਹਦਾ ਅਗਲਾ ਹੁਕਮ ਕੀ ਹੋਣਾ ਹੈ। ਨਹੀਂ ਦੱਸ ਸਕਦੇ ਉਹਦਾ ਅਗਲਾ ਹੁਕਮ। ਜਿਵੇਂ ਇੱਕ ਜਨਮ ਤੇ ਮੌਤ ਦੇ ਪਰਥਾਏ ਵੀ ਸਾਹਿਬ, ਜਿਵੇਂ ਬਾਬਾ ਫਰੀਦ ਸਾਹਿਬ ਨੇ ਹੀ ਸਮਝਾਇਆ, ਕਹਿਣ ਲੱਗੇ ਤੈਨੂੰ ਪਤਾ ਸੀ ਅਗਲਾ ਹੁਕਮ ਆ ਵਰਤਣਾ, ਤੈਨੂੰ ਤੇ ਪਤਾ ਹੀ ਨਹੀਂ। ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ, ਤੇਰੇ ਤਾਂ ਚਿੱਤ ਚੇਤੇ ਵੀ ਨਹੀਂ ਸੀ। ਆ ਜਿਵੇਂ ਹੁਣ ਬਾਰ-ਬਾਰ ਆਪ ਜੀ ਨਾਲ ਇੱਕ ਗੱਲ ਦੀ ਸਾਂਝ ਪਾਈ ਕਿ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਦੇਖੋ ਕਿੰਨਾ ਸਮਾਂ ਬੈਠੇ ਰਹੇ, ਕਿਸੇ ਦੇ ਚਿੱਤ ਚੇਤੇ ਹੀ ਨਹੀਂ ਸੀ ਵੀ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਣਾ, ਤੇ ਜਿਹਦਾ ਪੁਰਬ ਆਉਣਾ ਤੇ ਜਿਹੜਾ ਹੁਕਮਰਾਨ, ਹੁਕਮ ਕਰਨ ਵਾਲਾ ਸੀ, ਉਹਦੇ ਉੱਤੇ ਉਸ ਹੁਕਮਰਾਨ ਦਾ ਹੁਕਮ ਚੱਲਣਾ ਤੇ ਉਹਦੇ ਰਸਨਾ ਤੋਂ ਐਸੇ ਬੋਲ ਨਿਕਲ ਆਉਣਗੇ ਜਿਹੜੇ ਬੈਠੇ ਸਨ ਕਦੀ ਸੋਚਿਆ ਹੀ ਨਹੀਂ ਸੀ। ਔਰ ਪੂਰੇ ਸਮਾਜ ਨੂੰ ਪਤਾ ਹੈ ਕਿ ਉਹ ਸੋਚਿਆ ਹੀ ਨਹੀਂ ਸੀ ਵੀ ਇੱਕਦਮ ਐਸੇ ਬੋਲ ਨਿਕਲ ਜਾਣਗੇ ਵੀ ਤਿੰਨੇ ਕਾਨੂੰਨ ਰੱਦ ਕੀਤੇ ਗਏ। ਅਸਲ ਦੇ ਵਿੱਚ ਹੁਕਮ ਤਾਂ ਮਾਲਕ ਦਾ ਸੀ। ਉਹ ਮਾਲਕ ਨੇ ਉਸ ਹੁਕਮਰਾਨ ਦੇ ਦਿਮਾਗ ਵਿੱਚ ਐਸੀ ਵਿਚਾਰ ਪਾ ਦਿੱਤੀ ਕਿ ਉਹਦੇ ਮੁਖ ਤੋਂ ਐਸੇ ਬੋਲ ਨਿਕਲ ਆਏ। ਪਰ ਅਸੀਂ ਆਪਣੇ ਤਲ ਤੇ ਸੋਚੀਏ ਤੇ ਬਹੁਤ ਐਸੇ ਪ੍ਰਾਣੀ ਆ ਜਿਹੜੇ ਕਹਿੰਦੇ ਉਮੀਦ ਹੀ ਨਹੀਂ ਸੀ ਇਦਾਂ ਹੋ ਜਾਵੇ, ਅਸੀਂ ਸੋਚਿਆ ਹੀ ਨਹੀਂ ਸੀ ਵੀ ਇੱਕਦਮ ਇਸ ਤਰ੍ਹਾਂ ਹੋ ਜਾਏਗਾ, ਅਸੀਂ ਸੋਚਿਆ ਹੀ ਨਹੀਂ ਸੀ ਵੀ ਇਦਾਂ ਹੋ ਜਾਏਗਾ। ਸਾਨੂੰ ਤੇ ਸੀ ਪਤਾ ਨਹੀਂ ਹਜੇ ਕਿੰਨਾ ਸੰਘਰਸ਼ ਕਰਨਾ ਪੈਣਾ, ਕਿੰਨਿਆਂ ਦੀ ਹੋਰ ਸ਼ਹਾਦਤ ਹੋਣੀ ਆ, ਕਿੰਨਿਆਂ ਦੇ ਸਰੀਰ ਛੱਡਣੇ ਆ, ਕੀ ਕੁਝ ਵਰਤਣਾ, ਪਰ ਉਮੀਦ ਹੀ ਨਹੀਂ ਸੀ ਕਿਉਂਕਿ ਪਤਾ ਹੀ ਨਹੀਂ ਉਹਦਾ ਅਗਲਾ ਹੁਕਮ ਕਿਸ ਤਰ੍ਹਾਂ ਵਰਤ ਜਾਣਾ ਹੈ। ਇਸੇ ਲਈ ਆਖਿਆ ਉਹਦੇ ਭੈ ਵਿੱਚ ਚੱਲੋ, ਉਹਦੇ ਅਦਬ ਵਿੱਚ ਚੱਲੋ, ਉਹਦੇ ਸਤਿਕਾਰ ਵਿੱਚ ਚੱਲੋ, ਉਹਦੀ ਯਾਦ ਵਿੱਚ ਚੱਲੋ। ਉਹਦੀ ਯਾਦ ਵਿੱਚ, ਉਹਦੇ ਭੈ ਵਿੱਚ, ਉਹਦੇ ਅਦਬ ਵਿੱਚ ਚੱਲਾਂਗੇ ਤਾਂ ਮਾਲਕ ਜੀ ਕਦੇ ਵੀ ਸਾਨੂੰ ਕਿਤੇ ਕਹਿ ਲੋ ਕਿ ਪਿੱਠ ਨਹੀਂ ਲੱਗਣ ਦੇਣਗੇ। ਉਹ ਆਪ ਵਿੱਚ ਖਲੋ ਕੇ ਸਾਡੇ ਤੇ ਬਖਸ਼ਿਸ਼ਾਂ ਕਰਦਾ ਰਹੇਗਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਵਾ। ਇਸ ਲਈ ਸਭ ਕਹਿੰਦੇ ਨੇ, ਕਹਿੰਦੇ ਤੇਰਾ ਹੁਕਮ ਨਾ ਜਾਪੀ ਕੇਤੜਾ। ਤੇਰਾ ਹੁਕਮ ਜਾਪਿਆ ਹੀ ਨਹੀਂ ਜਾ ਸਕਦਾ, ਜਾਣਿਆ ਹੀ ਨਹੀਂ ਜਾ ਸਕਦਾ, ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਵੀ ਕਿਸ ਤਰ੍ਹਾਂ ਦਾ ਹੁਕਮ, ਕਿੰਨਾ ਵੱਡਾ ਹੁਕਮ ਤੇਰਾ ਕਿਹਦੇ ਲਈ ਹੈ। ਲਿਖ ਨਾ ਜਾਣੈ ਕੋਏ, ਤੇ ਕੋਈ ਲਿਖ ਕੇ ਕਵੇ ਤਾਂ ਮਹਾਰਾਜ ਕਹਿੰਦੇ ਨਹੀਂ, ਲਿਖ ਕੇ ਵੀ ਨਹੀਂ ਜਾਣਿਆ ਜਾ ਸਕਦਾ, ਲਿਖ ਕੇ ਵੀ ਨਹੀਂ ਦੱਸਿਆ ਜਾ ਸਕਦਾ। ਜੇ 100 ਸ਼ਾਇਰ ਮੇਲੀਐ, ਤਿਲ ਨਾ ਪੁਜਾਵੈ ਰੋਏ। ਜੇ ਦਾ ਅਰਥ ਜੇਕਰ, 100 ਦਾ ਅਰਥ ਹੈ ਗਿਣਤੀ ਦਾ। ਜਦੋਂ ਸੱਸੇ ਦੇ ਨਾਲ ਊੜਾ ਲੱਗ ਜਾਏ ਨਾ ਫਿਰ ਇਹ ਗਿਣਤੀ ਦਾ ਹੈ, ਤੇ ਜੇ ਸੱਸੇ ਨਾਲ ਹੋੜਾ ਲੱਗ ਜਾਏ ਫਿਰ ਗਿਣਤੀ ਦਾ 100 ਨਹੀਂ ਜੇ ਆਉਣਾ। ਜਿਵੇਂ ਜੇ 100 ਚੰਦਾ ਉਗ ਵਹਿ, ਉੱਥੇ ਵੀ ਸੱਸੇ ਨਾਲ ਊੜਾ ਲੱਗਾ ਹੋਇਆ ਹੈ, ਉਹ ਗਿਣਤੀ ਦਾ ਬਣ ਜਾਣਾ, ਗਿਣਤੀ ਦਾ 100। 98, 99, 100 ਜਿਹਨੂੰ 100 ਕਹਿੰਦੇ ਆਪਾਂ। ਤੇ ਜੇ ਸੱਸੇ ਨੂੰ ਹੋੜਾ ਲੱਗਾ ਹੋਵੇ ਫਿਰ ਗਿਣਤੀ ਦਾ 100 ਨਹੀਂ ਜੇ ਆਉਣਾ, ਕਿਉਂਕਿ ਇਹ ਸਿਆਰੀ ਬਿਆਰੀ ਲੱਗ ਮਾਤਰ ਅਰਥ ਬਦਲ ਦਿੰਦੇ ਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸ਼ਾਇਰ, ਸ਼ਾਇਰ ਦਾ ਅਰਥ ਹੈ ਕਵੀ, ਜਿਹੜੇ ਸ਼ਾਇਰੀ ਕਰਨ ਵਾਲੇ ਨੇ ਜਾਂ ਕਵਿਤਾ ਬਣਾਉਣ ਵਾਲੇ ਨੇ, ਕਿਉਂਕਿ ਸ਼ਾਇਰੀ ਵੀ ਅੰਦਰੋਂ ਹੀ ਨਿਕਲਣੀ ਹੈ ਤੇ ਕਵਿਤਾ ਵੀ ਅੰਦਰੋਂ ਹੀ ਨਿਕਲਣੀ ਹੈ। ਬਾਹਰੋਂ ਕਵਿਤਾ ਜਿਹੜੀ ਹੈ ਪੜ੍ਹ ਕੇ ਕੋਈ ਅੰਦਰੋਂ ਕਵੀ ਨਹੀਂ ਜੇ ਬਣਦਾ। ਬਾਹਰ ਦੇ ਸ਼ਾਇਰ ਜਿਹੜੇ ਸ਼ੇਰ ਨੇ ਇਹ ਬੋਲ ਕੇ ਕੋਈ ਅੰਦਰ ਸ਼ਾਇਰ ਨਹੀਂ ਬਣਦਾ।
ਸ਼ਾਇਰ ਵੀ ਅੰਦਰੋਂ ਜਨਮ ਹੋਣਾ ਤੇ ਕਵੀ ਦਾ ਜਨਮ ਵੀ ਅੰਦਰੋਂ ਹੀ ਹੋਣਾ ਹੈ। ਸਾਹਿਬ ਜੀ ਕਹਿੰਦੇ ਭਾਵੇਂ 100 ਕਵੀ ਸ਼ਾਇਰ ਇਕੱਠੇ ਕਰ ਲਓ ਤੁਸੀਂ, ਤੇ 100 ਦੇ 100 ਕਵੀ ਸ਼ਾਇਰ ਇਕੱਠੇ ਕਰਕੇ ਵੀ ਉਹ ਕਵਿਤਾ ਲਿਖਦੇ ਜਾਣ, ਲਿਖਦੇ ਜਾਣ, ਲਿਖਦੇ ਜਾਣ, ਮਾਲਕ ਦੇ ਗੁਣ ਗਾਉਂਦੇ ਜਾਣ, ਗਾਉਂਦੇ ਜਾਣ, ਤੇ ਸਾਹਿਬ ਕਹਿੰਦੇ ਇੱਕ ਤਿਲ ਜਿੰਨਾ ਵੀ ਬਿਆਨ ਨਹੀਂ ਕਰ ਸਕਦੇ। ਇੰਨੇ ਗੁਣ ਨੇ ਉਸ ਮਾਲਕ ਦੇ ਕਿ ਇੱਕ ਤਿਲ ਜਿੰਨਾ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤਾ ਕਹੀਏ ਬਹੁਤਾ ਹੋਏ ਦੀ ਅਵਸਥਾ ਹੈ। ਸਾਹਿਬ ਕਹਿੰਦੇ ਜੇ 100 ਸ਼ਾਇਰ ਮੇਲੀਆਂ, ਮੇਲੀਆਂ ਦਾ ਅਰਥ ਇਕੱਠੇ ਕਰ ਲਈਏ ਆਪਾਂ, 100 ਕਵੀ ਇਕੱਠੇ ਕਰ ਲਈਏ, 100 ਸ਼ਾਇਰ ਇਕੱਠੇ ਕਰ ਲਈਏ, ਲਿਖ ਨਾ ਜਾਣੇ ਕੋਏ। ਉਹ ਲਿਖ ਲਿਖ ਕੇ ਆਖ ਆਖ ਕੇ ਨਹੀਂ ਜਾਣਿਆ ਜਾ ਸਕਦਾ। ਉਹ ਜਿੰਨਾ ਵੀ ਆਖਣਗੇ ਤਿਲ ਨਾ ਪੁਜਾਵਹਿ ਰੋਏ। ਰੋਏ ਦਾ ਅਰਥ ਹੈ ਵੀ ਜੇ ਉਹ ਕਹਿੰਦੇ ਤਰਲੇ ਲੈ ਲੈ ਕੇ ਵੀ ਉਹਦੇ ਗੁਣ ਗਾਉਣ ਪੂਰਾ ਜ਼ੋਰ ਲਾ ਕੇ, ਰੋਏ ਦਾ ਅਰਥ ਪੂਰੇ ਦਾ ਪੂਰਾ ਜ਼ੋਰ ਲਾ ਕੇ ਵੀ ਉਹਦੇ ਗੁਣ ਗਾਉਣ, ਤਾਂ ਇੱਕ ਤਿਲ ਜਿੰਨਾ ਵੀ ਉਹਦੇ ਗੁਣ ਨਹੀਂ ਬਿਆਨ ਕਰ ਸਕਦੇ। ਇੰਨੇ ਅਥਾਹ ਗੁਣ ਨੇ ਉਸ ਮਾਲਕ ਦੇ। ਤੇ ਜਦੋਂ ਇਸ ਤਰ੍ਹਾਂ ਦੀ ਵਿਚਾਰ ਆਉਂਦੀ ਆ ਨਾ, ਇੱਕ ਹੋਰ ਬੇਨਤੀ ਆਪ ਜੀ ਨਾਲ ਜ਼ਰੂਰ ਸਾਂਝੀ ਕਰੀਦੀ ਹੈ ਕਿ ਜੇ ਉਸ ਮਾਲਕ ਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ ਤਾਂ ਚੇਤੇ ਰੱਖਿਓ ਅਵਗਣ ਸਾਡੇ ਵੀ ਬਿਆਨ ਨਹੀਂ ਕੀਤੇ ਜਾ ਸਕਦੇ। ਅਸੀਂ ਵੀ ਅਵਗਣਾਂ ਨਾਲ ਇੰਨੇ ਭਰੇ ਪਏ ਆ, ਜੇ ਅੰਦਰ ਝਾਤੀ ਮਾਰੀਏ ਤੇ ਵੇਖੀਏ ਵੀ 2-4 ਅਵਗਣ ਹੋਣਗੇ ਜਾਂ 10-20 ਅਵਗਣ ਹੋਣਗੇ। ਮਹਾਰਾਜ ਕਹਿੰਦੇ ਨਹੀਂ, ਕਿਹੜੇ ਭੁਲੇਖੇ 'ਚ ਰਹਿਣਾ, ਜਿੰਨਾ ਸਮੁੰਦਰ ਵਿੱਚ ਪਾਣੀ ਭਰਿਆ ਇੰਨੇ ਅਵਗਣ ਨੇ ਤੇਰੇ ਅੰਦਰ, ਇੰਨੇ ਅਵਗਣ ਨੇ। ਤੇ ਜੇ ਤੂੰ ਆਪਣੇ ਅਵਗਣਾਂ ਨੂੰ ਖਤਮ ਕਰਨਾ ਚਾਹੁੰਦਾ ਤੇ ਫਿਰ ਤੈਨੂੰ ਜੁੜਨਾ ਉਹਦੇ ਨਾਲ ਪੈਣਾ ਜਿਹਦੇ ਗੁਣ ਗਿਣੇ ਨਹੀਂ ਜਾ ਸਕਦੇ, ਜਿਹਦੇ ਵਿੱਚ ਗੁਣ ਇੰਨੇ ਜ਼ਿਆਦਾ ਨੇ ਕਿ ਗੁਣ ਨਹੀਂ ਗਿਣੇ ਜਾ। ਜੇ ਤੇਰੇ ਅਵਗਣ ਨਹੀਂ ਗਿਣੇ ਜਾ ਸਕਦੇ ਤਾਂ ਉਹਦੇ ਗੁਣ ਨਹੀਂ ਗਿਣੇ ਜਾ ਸਕਦੇ, ਤਾਂ ਤੇਰੇ ਅਵਗਣ ਮਿਟਣੇ ਆ। ਤੇ ਜਿਹਦੀ ਆਰਾਧਨਾ ਕਰ ਰਿਹਾ ਉਹ ਤੇ ਆਪ ਅੰਦਰੋਂ ਅਵਗਣਾਂ ਨਾਲ ਭਰਿਆ ਹੋਏਗਾ। ਇਸ ਲਈ ਉਹਦੇ ਅੱਗੇ ਅਰਦਾਸ ਕਰ, ਬਾਬਾ ਅੱਲਹੁ ਅਗਮ ਅਪਾਰ, ਉਹਦੇ ਅੱਗੇ ਅਰਦਾਸ ਕਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਜੇਤਾ ਦਾ ਅਰਥ ਹੈ ਜਿੰਨਾ, ਅਵਗਣਾ ਨਾਲ ਭਰਿਆ, ਇਹ ਸਮੁੰਦਰ ਨੀਰ ਨਾਲ, ਪਾਣੀ ਨਾਲ ਭਰਿਆ, ਇੰਨੇ ਅਵਗਣ ਨੇ ਮੇਰੇ ਵਿੱਚ। ਮਾਲਕਾ ਇੱਕ ਤੂੰ ਹੀ ਹੈ ਜਿਹੜੇ ਮੇਰੇ ਅਵਗਣਾਂ ਨੂੰ ਅੰਦਰੋਂ ਮਿਟਾ ਸਕਦਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਸ ਲਈ ਸਤਿਗੁਰੂ ਜੀ ਕਹਿੰਦੇ ਤੇਰਾ ਹੁਕਮ ਨ ਜਾਪੀ ਕੇਤੜਾ। ਕਿਹਦੇ ਵਾਸਤੇ, ਕਿਸ ਰੂਪ ਵਿੱਚ, ਕਿੰਨਾ ਵੱਡਾ ਤੇਰਾ ਹੁਕਮ ਹੈ, ਨਹੀਂ ਜਾਪਿਆ ਜਾ ਸਕਦਾ। ਲਿਖ ਨਾ ਜਾਣੇ ਕੋਏ, ਕੋਈ ਲਿਖ ਕੇ ਵੀ ਨਹੀਂ ਜਾਣ ਸਕਦਾ। ਜੇ 100 ਸ਼ਾਇਰ ਮੇਲੀਆਂ, ਜੇ ਕਵੀ ਸ਼ਾਇਰ ਜਿਹੜੇ ਨੇ ਉਹ 100 ਇਕੱਠੇ ਕਰ ਲਈਏ ਤੇ ਉਹਨਾਂ ਨੂੰ ਕਹੀਏ ਮਾਲਕ ਦੇ ਗੁਣ ਗਾਓ, ਕਹਿੰਦੇ ਨੇ ਉਹ ਪੂਰਾ ਜ਼ੋਰ ਲਾ ਕੇ ਵੀ ਗਾਉਣ, ਤਿਲ ਨਾ ਪੁਜਾਵਹਿ ਰੋਏ। ਉਹ ਇੱਕ ਤਿਲ ਦੇ ਬਰਾਬਰ ਵੀ ਮਾਲਕ ਦੇ ਗੁਣ ਨਹੀਂ ਗਾ ਸਕਦੇ। ਉਹ ਬਹੁਤਾ ਕਹਿ ਕੇ ਵੀ ਕਹਿਣਗੇ ਵੀ ਅਸੀਂ ਤੇ ਤਿਲ ਜਿੰਨੀ ਵੀ ਉਪਮਾ ਨਹੀਂ ਕੀਤੀ। ਬਹੁਤ ਵੱਡੀ ਉਪਮਾ ਕਰਕੇ ਉਹਦੇ ਗੁਣ ਗਾ 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 ਕੇ ਵੀ ਇੱਕੋ ਹੀ ਗੱਲ ਕਹਿਣਗੇ ਵੀ ਸਾਡੇ ਕੋਲੋਂ ਤਿਲ ਜਿੰਨੀ ਵੀ ਉਹਦੀ ਉਪਮਾ ਜਿਹੜੀ ਆ ਉਹ ਨਹੀਂ ਹੋ ਸਕੀ। ਦੂਜੀ ਗੱਲ, ਕੀਮਤ ਕਿਨੈ ਨਾ ਪਾਈਆ, ਸਭ ਸੁਣ ਸੁਣ ਆਖੈ ਸੋਏ। ਸੋਏ ਦਾ ਅਰਥ ਹੈ ਸ਼ੋਭਾ। ਕਹਿੰਦੇ ਸਾਰੇ ਸੁਣ ਸੁਣ ਕੇ ਆਖ ਆਖ ਕੇ ਉਹਦੀ ਸ਼ੋਭਾ ਕਰ ਰਹੇ ਨੇ, ਤੇ ਸ਼ੋਭਾ ਕਰਨ ਵਾਲਾ ਕਹਿੰਦਾ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਦੁਨੀਆ ਵਿੱਚ ਹਰ ਇੱਕ ਚੀਜ਼ ਦਾ ਮੁੱਲ ਪਾਇਆ ਜਾ ਸਕਦਾ ਹੈ, ਪਰ ਅਕਾਲ ਪੁਰਖ ਪਰਮੇਸ਼ਵਰ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਿਸ ਦਿਨ ਅੱਲਾਹ ਵਾਹਿਗੁਰੂ ਪਰਮੇਸ਼ਵਰ ਦਾ ਮੁੱਲ ਪੈ ਗਿਆ ਨਾ, ਸੱਚ ਜਾਣਿਓ ਉਸ ਦਿਨ ਜਿਹੜੇ ਪਾਪ ਕਰਨ ਵਾਲੇ ਨੇ, ਜਿਹੜੇ ਆ ਭ੍ਰਿਸ਼ਟਾਚਾਰੀ ਲੋਕ ਨੇ, ਜਿਹੜੇ ਬੁਰਾਈਆਂ ਦੀ ਦਲਦਲ ਵਿੱਚ ਫਸੇ ਹੋਏ ਨੇ, ਇਹ ਤਾਂ ਢੋਲ ਵਜਾਉਣਗੇ ਕਿਉਂਕਿ ਅਸੀਂ ਰੱਬ ਦਾ ਮੁੱਲ ਪਾ ਲਿਆ।
ਅਸੀਂ ਤੇ ਆਪਣੇ ਗੁਨਾਹ ਮਾਫ ਕਰਾ ਲਾਂਗੇ, ਅਸੀਂ ਮੁੱਲ ਦੇ ਕੇ ਆਪਣੇ ਸਾਰੇ ਗੁਨਾਹ ਕਿਸੇ ਦੂਜੇ ਦੀ ਝੋਲੀ 'ਚ ਪਾ ਦੇਾਂਗੇ। ਆਪਣੇ ਸਾਰੇ ਕੀਤੇ ਪਾਪ ਰੱਬ ਜੀ ਨੂੰ ਮੁੱਲ ਦੇ ਕੇ ਅਸੀਂ ਸਾਰੇ ਪਾਪ ਦੂਜੇ ਦੀ ਝੋਲੀ 'ਚ ਪਾ ਦਾਂਗੇ। ਪਰ ਇਸ ਤਰ੍ਹਾਂ ਨਹੀਂ ਹੋਣਾ, ਕਿਉਂਕਿ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ। ਪੋਹ ਦੇ ਦਿਨ ਸ਼ੁਰੂ ਹੋ ਗਏ ਨੇ ਤੇ 6 ਪੋਹ ਦੀ ਰਾਤ ਨੂੰ ਮੇਰੇ ਸਤਿਗੁਰੂ ਨੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਕੇ ਪਰਿਵਾਰ ਦੇ ਸਮੇਤ ਚੱਲਣਾ। ਫਿਰ ਜੋ ਸਰਸਾ ਦਰਿਆ ਤੇ ਹੋਣਾ, ਜੋ ਚਮਕੌਰ ਦੀ ਗੜੀ ਤੇ ਹੋਣਾ, ਜੋ ਸਰਹੰਦ ਦੀਆਂ ਉਹ ਦੀਵਾਰਾਂ, ਉਹ ਨੀਹਾਂ ਤੱਕ ਹੋਣਾ, ਉਹ ਆਪਾਂ ਸ਼ਹਾਦਤ ਤੇ ਸਫ਼ਰ ਵਿੱਚ ਚੇਤੇ ਕਰਨਾ। ਪਰ ਧਿਆਨ ਰੱਖਿਓ, ਜੇ ਉਸ ਮਾਲਕ ਦਾ ਮੁੱਲ ਨਹੀਂ ਨਾ ਪਾਇਆ ਜਾ ਸਕਦਾ ਤੇ ਜਿਹੜੇ ਉਹਦੇ ਵਿੱਚ ਲੀਨ ਹੋ ਗਏ ਨੇ, ਮੁੱਲ ਉਹਨਾਂ ਦਾ ਵੀ ਨਹੀਂ ਪਾਇਆ ਜਾ ਸਕਦਾ। ਕਿਹੜੀ ਕੀਮਤ ਨਹੀਂ ਦਿੱਤੀ ਸਾਹਿਬਜ਼ਾਦਿਆਂ ਨੂੰ? ਸੂਬਾ ਸਰਹੰਦ ਦੀ ਕਚਹਿਰੀ ਵਿੱਚ ਕਿਹੜੀ ਕੀਮਤ ਉਹਨਾਂ ਨੂੰ ਨਹੀਂ ਦਿੱਤੀ ਵੀ ਤੁਸੀਂ ਦੱਸੋ ਕੀ ਮੁੱਲ ਲੈਣਾ ਹੈ, ਕਿਹੜੀ ਕੀਮਤ ਲੈਣੀ ਆ? ਅਸੀਂ ਦੇਣ ਨੂੰ ਤਿਆਰ ਹਾਂ। ਗੁਰੂ ਗੋਬਿੰਦ ਸਿੰਘ ਜੀ ਦਾ ਪੱਲਾ ਛੱਡ ਦਿਓ, ਸਿੱਖੀ ਛੱਡ ਦਿਓ, ਆ ਸਿੱਖੀ ਸਰੂਪ ਛੱਡ ਦਿਓ, ਸਾਡੇ ਗੁਲਾਮ ਬਣ ਜਾਓ, ਸਾਡੀ ਈਨ ਮੰਨ ਲਓ, ਇਸਲਾਮੀ ਬੋਲੀ ਬੋਲ ਲਓ, ਇਹਦੇ ਬਦਲੇ ਜੋ ਕਹੋਗੇ ਤੁਹਾਨੂੰ ਕੀਮਤ ਦੇਣ ਨੂੰ ਤਿਆਰ ਹਾਂ। ਪਰ ਸਾਹਿਬ ਜੀ ਦੇ ਕਹਿੰਦੇ ਆ, ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ, ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ, ਤੂੰ ਸਾਡੀ ਕੀਮਤ ਕਿੱਥੋਂ ਪਾ ਲਏਗਾ? ਅਸੀਂ ਅੱਜ ਗੁਰੂ ਕੇ ਸਿੱਖੋ ਕਿਹੜੇ ਰਾਹ ਤੁਰ ਪਏ ਆ? 4 ਦੰਬੜੀਆਂ ਪਿੱਛੇ ਅਸੀਂ ਆਪਣੇ ਕੇਸ ਲਵਾ ਦਿੰਨੇ ਆ, ਮਾੜੀ ਜੀ ਮਾਇਆ ਦੀ ਚਮਕ ਪਿੱਛੇ ਅਸੀਂ ਆਪਣਾ ਸਿੱਖੀ ਸਰੂਪ ਪਿਛਾਂ ਛੱਡ ਦਿੰਨੇ ਆ। ਮਾੜਾ ਜਿਹਾ ਧਨ ਪਦਾਰਥ ਵੇਖਿਆ ਤੇ ਬੰਦਾ ਗੁਰੂ ਦਾ ਦਰ ਵੀ ਛੱਡਣ ਨੂੰ ਤਿਆਰ, ਉਹ ਹੋਰਾਂ ਦੀ ਬੋਲੀ ਬੋਲਣ ਨੂੰ ਤਿਆਰ ਹੋ ਜਾਂਦਾ ਹੈ। ਅਸੀਂ ਕਿਹੜੇ ਰਾਹ ਤੁਰ ਪਏ ਆ? ਅਸੀਂ ਉਹਦੇ ਪੁਜਾਰੀ ਆ ਜਿਹਦੀ ਕੀਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਹਿੰਦੇ ਕਿਸੇ ਵੀ ਤਰ੍ਹਾਂ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਹ ਅਮੋਲਕ ਵਿੱਚ ਲੀਨ ਹੋ ਕੇ ਆਪਣਾ ਜੀਵਨ ਅਮੋਲਕ ਬਣਾਇਆ ਜਾ ਸਕਦਾ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵਹਿ, ਅਮੁੱਲ ਲਹਿ ਜਾਏ। ਮਹਾਰਾਜ ਕਹਿੰਦੇ ਅਮੋਲਕ ਵਿੱਚ ਲੀਨ ਹੋ ਕੇ ਅਮੋਲਕ ਹੋਇਆ ਜਾ ਸਕਦਾ ਹੈ, ਪਰ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਿਨ੍ਹਾਂ ਨੇ ਖੋਪਰ ਲਵਾਏ ਉਹਨਾਂ ਨੂੰ ਵੀ ਤਾਂ ਕਿਹਾ ਹੋਏਗਾ, ਦੱਸੋ ਕੀ ਮੁੱਲ ਚਾਹੀਦਾ, ਕਿੰਨੀ ਕੀਮਤ ਚਾਹੀਦੀ ਹੈ ਸਿੱਖੀ ਛੱਡਣ ਲਈ। ਜਿਹਨੇ ਬੰਦ ਕਟਾਇਆ ਉਹਨੂੰ ਵੀ ਤੇ ਕਿਹਾ ਹੋਏਗਾ ਵੀ ਦੱਸੋ ਕਿੰਨੀ ਕੀਮਤ ਚਾਹੀਦੀ ਹੈ ਸਿੱਖੀ ਛੱਡਣ ਵਾਸਤੇ। ਜਿਹਨੂੰ ਚਰਖੜੀ ਤੇ ਚਾੜਿਆ ਉਹਨੂੰ ਵੀ ਤੇ ਕਿਹਾ ਹੋਏਗਾ, ਦੱਸੋ ਕਿੰਨੀ ਕੀਮਤ ਚਾਹੀਦੀ ਹੈ, ਤੁਹਾਨੂੰ ਹਰ ਕੀਮਤ ਦੇਵਾਂਗੇ, ਜਗੀਰਾਂ ਤੁਹਾਡੇ ਨਾਮ ਤੇ ਲਵਾ ਦੇਵਾਂਗੇ, ਤੁਹਾਡੇ ਜ਼ਮੀਨਾਂ ਤੁਹਾਡੇ ਨਾਮ ਤੇ ਲਵਾ ਦੇਵਾਂਗੇ, ਬਸ ਸਿੱਖੀ ਛੱਡਣ ਦਾ ਦੱਸੋ ਤੁਸੀਂ ਕੀ ਲਓਗੇ। ਉਹਨਾਂ ਆਖਿਆ ਨਹੀਂ, ਇਹ ਤਾਂ ਕੁਛ ਵੀ ਨਹੀਂ ਹੈ, ਜਿਹੜਾ ਸਿੱਖੀ ਸਰੂਪ ਸਾਨੂੰ ਦਿੱਤਾ ਨਾ, ਇਹਦਾ ਤੇ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਆਪ ਜੀ ਨਾਲ ਕਿ ਆਹ ਕੜਾ ਜਿੰਨਾ ਚਿਰ ਦੁਕਾਨ ਤੇ ਪਿਆ ਇਹਦਾ ਮੁੱਲ ਹੈ, ਜਦੋਂ ਇਹ ਤੁਹਾਡੇ ਹੱਥ ਤੇ ਸੱਜ ਗਿਆ ਫਿਰ ਗੁੱਟ ਲੈ ਸਕਦਾ ਹੈ, ਪਰ ਇਸ ਕੜੇ ਦੀ ਕੀਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆ ਕੰਗਾ ਲੱਕੜ ਦਾ ਕਿੰਨੇ ਕੁ ਦਾ ਹੋਏਗਾ, ਪਰ ਜਿੰਨਾ ਚਿਰ ਦੁਕਾਨ ਤੇ ਪਿਆ, ਜਦੋਂ ਕੇਸਾਂ ਵਿੱਚ ਕੰਗਾ ਸੱਜ ਗਿਆ ਨਾ, ਫਿਰ ਇਹ ਖੋਪਰ ਤਾਂ ਲੈ ਸਕਦਾ ਹੈ, ਪਰ ਇਹਦਾ ਮੁੱਲ ਨਹੀਂ ਪੈ ਸਕਦਾ। ਰੁਮਾਲਾ ਸਾਹਿਬ ਉਨਾ ਚਿਰ ਹੀ ਉਹਦਾ ਮੁੱਲ ਹੈ ਜਿੰਨਾ ਚਿਰ ਦੁਕਾਨ ਤੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਸੁਸ਼ੋਭਿਤ ਹੋ ਗਿਆ, ਇਹਦਾ ਮੁੱਲ ਨਹੀਂ ਬਿਆਨ ਕੀਤਾ ਜਾ ਸਕਦਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਸਾਹਿਬ ਕਹਿੰਦੇ 100 ਸ਼ਾਇਰ ਕਵੀ ਇਕੱਠੇ ਕਰ ਲਓ, ਤਿਲ ਨਾ ਪੁਜਾਵਹਿ ਰੋਏ, ਕੀਮਤ ਕਿਨੇ ਨਾ ਪਾਈਆ, ਸਭ ਸੁਣ ਸੁਣ ਆਖੈ ਸੋਏ। ਉਹਦੀ ਸ਼ੋਭਾ ਕਰ ਕਰਕੇ ਵੀ ਉਹਦਾ ਅੰਤ ਨਹੀਂ ਪੈ ਸਕਦਾ। ਪੀਰ ਪੈ ਕਾਮਰ ਸਾਲਕ ਸਾਧਕ, ਸੋਹਦੇ ਔਰ ਸ਼ਹੀਦ, ਸ਼ੇਖ ਮਸਾਇਕ ਕਾਜੀ ਮੁੱਲਾ, ਦਰ ਦਰਵੇਸ਼ ਰਸੀਦ, ਬਰਕਤ ਤਿਨ ਕੋ ਅਗਲੀ, ਪੜਦੇ ਰਹਿਣ ਦਰੂਦ। ਫਿਰ ਬੇਨਤੀ ਕਰਾਂ, ਅਰਬੀ ਭਾਸ਼ਾ ਗੁਰੂ ਨਾਨਕ ਸਾਹਿਬ ਜੀ ਨੇ ਵਰਤੀ ਹੈ,
ਤੇ ਸਾਨੂੰ ਉਸ ਅਰਬੀ ਭਾਸ਼ਾ ਨੂੰ ਗੁਰਮੁਖੀ ਵਿੱਚ ਬਦਲ ਕੇ ਸਾਨੂੰ ਸਾਹਿਬ ਜੀ ਨੇ ਇਹ ਬਾਣੀ ਦਿੱਤੀ ਹੈ। ਸਾਹਿਬ ਕਹਿੰਦੇ ਜਿੰਨੇ ਵੀ ਧਾਰਮਿਕ ਆਗੂ ਨੇ, ਜਿੰਨੇ ਵੀ ਧਾਰਮਿਕ ਆਗੂ ਨੇ, ਉਹ ਧਾਰਮਿਕ ਆਗੂ ਵੀ ਉਸ ਅੱਲਾਹ ਦਾ ਅੰਤ ਨਹੀਂ ਪਾ ਸਕਦੇ। ਧਰਮ ਦੇ ਜਿਹੜੇ ਆਗੂ ਨੇ, ਉਹ ਧਰਮ ਦੇ ਅਗਵਾਈ ਕਰਨ ਵਾਲੇ, ਉਹ ਵੀ ਉਹਦਾ ਮੁੱਲ ਨਹੀਂ ਦੱਸ ਸਕਦੇ ਵੀ ਅੱਲਾਹ ਦਾ ਕਿੰਨਾ ਮੁੱਲ ਹੈ, ਉਹਦੀ ਕਿੰਨੀ ਕੀਮਤ ਹੈ, ਉਹਦਾ ਕਿੰਨਾ ਅੰਤ ਹੈ। ਸਾਹਿਬ ਕਹਿੰਦੇ ਨਹੀਂ, ਪੀਰ ਪੈਗੰਬਰ ਸਾਲਕ ਸਾਧਕ, ਜਿੰਨੇ ਵੀ ਇਸ ਧਰਤੀ ਦੇ ਉੱਤੇ ਪੀਰ ਨੇ, ਔਰ ਜਿੰਨੇ ਵੀ ਕਹਿੰਦੇ ਪੈਗੰਬਰ ਨੇ, ਔਰ ਜਿੰਨੇ ਵੀ ਕਹਿੰਦੇ ਨੇ ਸਾਧਕ, ਅਰਬੀ ਭਾਸ਼ਾ ਸਾਧਕ ਦਾ ਅਰਥ ਹੁੰਦਾ ਰਸਤਾ ਦੱਸਣ ਵਾਲੇ, ਜਿੰਨੇ ਵੀ ਰਸਤਾ ਜਿਹੜਾ ਉਹ ਦੱਸਣ ਵਾਲੇ ਨੇ, ਸੁਹਦੇ, ਇਹ ਸਾਰੇ ਹੀ ਅਰਬੀ ਭਾਸ਼ਾ ਵਾਲੇ ਨੇ। ਕਹਿੰਦੇ ਜਿੰਨੇ ਵੀ ਜਿਹੜੇ ਨੇ ਉਹ ਸਿੱਧੇ ਰਾਹ ਪਾਉਣ ਵਾਲੇ ਨੇ, ਜਾਂ ਉਸ ਮਾਰਗ ਤੇ ਜਿਹੜੇ ਨੇ ਉਹ ਤੁਰੇ ਜਾਂਦੇ ਨੇ। ਔਰ ਸ਼ਹੀਦ, ਪੀਰ ਪੈਗੰਬਰ ਸਾਲਕ ਸਾਧਕ, ਸੁਹਦੇ ਔਰ ਸ਼ਹੀਦ, ਧਰਮ ਦੇ ਰਾਹ ਉੱਤੇ ਜਿਹੜੇ ਆਪਣਾ ਆਪਾ ਕੁਰਬਾਨ ਕਰ ਦੇਣ ਵਾਲੇ, ਜਿਨ੍ਹਾਂ ਨੂੰ ਆਪਾਂ ਸ਼ਹੀਦ ਕਹਿੰਦੇ ਆ। ਸ਼ੇਖ ਮਸਾਇਕ, ਸ਼ੇਖ ਦਾ ਬਹੁ ਵਚਨ ਹੈ ਮਸਾਇਕ। ਕਾਜੀ ਮੁੱਲਾ ਦਰ ਦਰਵੇਸ਼ ਰਸੀਦ, ਜਿਹੜੇ ਉਹਦੇ ਦਰ ਉੱਤੇ ਦਰਵੇਸ਼, ਜਿਹੜੇ ਉਹਦੇ ਦਰ ਉੱਤੇ ਫਕੀਰ ਬੈਠੇ ਹੋਏ ਆ, ਆ ਜਿੰਨੇ ਵੀ ਨੇ ਇਹ ਸਾਰੇ ਦੇ ਸਾਰੇ ਹੀ ਧਰਮ ਦੇ ਆਗੂ ਨੇ। ਕਹਿੰਦੇ ਰਸੀਦ ਦਾ ਅਰਥ ਜਿਹੜੇ ਉਹਦੇ ਦਰ ਤੱਕ ਪਹੁੰਚ ਗਏ। ਬਰਕਤ ਤਿੰਨ ਕੋ ਅਗਲੀ, ਅਗਲੀ ਦਾ ਅਰਥ ਹੁੰਦਾ ਬਹੁਤ, ਗੁਰਬਾਣੀ ਵਿੱਚ ਅਗਲੀ ਦਾ ਅਰਥ ਬਹੁਤ ਕਰਕੇ ਆਇਆ। ਇਹਨਾਂ ਦੇ ਜੀਵਨ ਵਿੱਚ ਬਹੁਤ ਬਰਕਤ ਹੈ। ਭਾਵੇਂ ਕਾਜੀ ਹੈ, ਮੁੱਲਾ ਹੈ, ਪੈਗੰਬਰ ਹੈ, ਪੀਰ ਹੈ, ਸਾਲਕ ਹੈ, ਸਾਧਕ ਹੈ, ਕਹਿੰਦੇ ਨੇ ਜਿੰਨੇ ਸ਼ੇਖ ਮਸਾਇਕ ਨੇ, ਇਹਨਾਂ ਦੀ ਜ਼ਿੰਦਗੀ ਵਿੱਚ ਬਰਕਤ ਬਹੁਤ ਪਈ। ਬੜੀ ਬਰਕਤ ਵਾਲੇ ਇਹ ਜਿਹੜੇ ਹੋਏ ਨੇ। ਸਾਹਿਬ ਜੀ ਕਹਿੰਦੇ ਪੜ੍ਹਦੇ ਰਹਿਣ ਦਰੂਦ, ਇਹ ਉਸ ਅੱਲਾਹ ਦੇ ਦਰ ਤੇ ਨਿਵਾਜ਼ ਅਦਾ ਕਰਦੇ ਨੇ, ਔਰ ਨਵਾਜ਼ ਤੋਂ ਬਾਅਦ ਫਿਰ ਦੁਆ ਕਰਦੇ ਨੇ। ਇਹ ਜਿੰਨੇ ਵੀ ਦੁਆ ਕਰਨ ਵਾਲੇ ਨੇ, ਆਪਾਂ ਜਿਹਨੂੰ ਅਰਦਾਸ ਬੇਨਤੀ ਕਹਿ ਦਿੰਦੇ ਆ, ਇਹ ਜਿੰਨੇ ਵੀ ਦੁਆ ਕਰਨ ਵਾਲੇ ਨੇ, ਜਿੰਨੇ ਨਿਵਾਜ਼ ਪੜ੍ਹਨ ਵਾਲੇ ਨੇ, ਜਿੰਨੇ ਵੀ ਇਹ ਕਾਜੀ ਮੁੱਲਾ ਸ਼ੇਖ ਮਸਾਇਕ ਨੇ, ਇਹ ਉਸ ਮਾਲਕ ਦੇ ਦਰ ਤੋਂ ਇਹਨਾਂ ਦੀ ਝੋਲੀ ਵਿੱਚ ਬਹੁਤ ਵੱਡੀ ਖੈਰ ਪਈ ਹੈ, ਬਰਕਤ ਪਈ ਹੈ। ਪਰ ਇਹਨਾਂ ਵਿੱਚੋਂ ਇੱਕ ਵੀ ਨਹੀਂ ਜਿਹੜਾ ਇਹ ਕਹਿ ਸਕੇ ਕਿ ਉਹ ਅੱਲਾ ਕਿੰਨਾ ਵੱਡਾ ਹੈ, ਕਿੰਨਾ ਉੱਚਾ ਹੈ, ਉਹਦਾ ਅੰਤ ਕਿੱਥੇ ਹੈ, ਉਹਦੀ ਕੀਮਤ ਕੀ ਹੈ, ਇਹ ਕੋਈ ਵੀ ਬਿਆਨ ਨਹੀਂ ਕਰ ਸਕਦਾ। ਇਸ ਲਈ ਫਿਰ ਕੀ ਕਰੀਏ, ਇੱਕੋ ਹੀ ਗੱਲ ਕਹਿ ਸਕਦੇ ਹਾਂ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਅਸੀਂ ਐਸੇ ਊਚ ਭਗਵਾਨ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਲੇਖੇ ਵਿੱਚ ਲਾਉਣਾ ਹੈ, ਨਿਰੰਕਾਰ ਵਿੱਚ ਅਸੀਂ ਸਮਾਉਣਾ ਹੈ। ਇਹਦੇ ਲਈ ਨਾਮ ਦੀ ਦਾਤ ਮੰਗੋ। ਇਹ ਅਸ਼ਟਪਦੀ ਦੇ ਰੂਪ ਵਿੱਚ ਇਹ ਸ਼ਬਦ ਹੈ, ਪਰ ਸਮਾਂ ਸੀਮਤ ਹੈ। ਸਮੇਂ ਦੇ ਅਨੁਸਾਰ 3 ਪਦੀਆਂ ਦੀ ਵਿਚਾਰ ਗੁਰੂ ਸਾਹਿਬ ਨੇ ਮਿਹਰ ਦਾ ਹੱਥ ਰੱਖ ਕੇ ਕਰਵਾਈ ਹੈ। ਤੇ ਜਿਹੜੀ ਵਿਚਾਰ ਆਪਾਂ ਸਮਝੀ ਹੈ, ਉਹਦੇ ਬਾਅਦ ਅਸੀਂ ਇੱਕੋ ਹੀ ਮੰਗ ਰੱਖਣੀ, ਮਾਲਕ ਜੀ ਅੰਤ ਕੋਈ ਨਹੀਂ, ਅਸੀਂ ਅੰਤ ਨਾ ਪਾਉਣ ਜੋਗੇ ਹਾਂ, ਅਸੀਂ ਸਮਾਉਣਾ ਚਾਹੁੰਦੇ ਹਾਂ ਤੁਹਾਡੇ ਵਿੱਚ। ਬਸ ਦਿਨ ਰਾਤ ਗੁਣ ਗਾ ਕੇ ਸਾਡੇ ਤੇ ਮਿਹਰ ਕਰ ਦਿਓ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ, ਬਾਣੇ ਬਾਣੀ ਦੇ ਧਾਰਨੀ ਬਣਦਿਆਂ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਪੀਰ ਪੈ ਕਾਮਰ ਸਾਲਕ ਸਾਧਕ, ਸੋਹਦੇ ਔਰ ਸ਼ਹੀਦ, ਸ਼ੇਖ ਮਸਾਇਕ ਕਾਜੀ ਮੁੱਲਾ, ਦਰ ਦਰਵੇਸ ਰਸੀਦ, ਬਰਕਤ ਤਿਨ ਕੋ ਅਗਲੀ, ਪੜਦੇ ਰਹਿਣ ਦਰੂਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।